ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਵਾਹਿਗੁਰੂ। खुदे आगे अरदास हमारी, जियो पिंड सब तेरा, ओह नानक सब तेरी वडियाई, ओह नानक सब तेरी वडियाई। होई कोई नौ न जाने मेरा, तू चौ सज्जन मेंढिया, गई सिस उतार, नैन महंजे तरस दे। गद पक्षी दीदार, नैन महंजे तरस दे। कद पक्षी दीदार, सतगुर तेरे जी दर्शन नू, सतगुर तेरे जी ददारिया नू,
ਗੱਜ ਕੇ ਭਾਈ ਸਤਿਗੁਰ ਤੇਰੇ ਦਿਦਾਰਿਆਂ ਨੂੰ ਸਤਿਗੁਰ ਤੇਰੇ ਜੀ ਦਿਦਾਰਿਆਂ ਨੂੰ ਨੈਣ ਲੋਚਦੇ ਮੇਰੇ ਲੋਚਦੇ ਮੇਰੇ ਤੇਰੇ ਅੰਗਾਰਿਆਂ ਨੂੰ ਗੋਵੇ ਨੈਣ ਲੋਚਦੇ ਨੇ ਮੇਰੇ ਤੇਰੇ ਅੰਗਾਰਿਆਂ ਨੂੰ ਸਤਿਗੁਰ ਤੇਰੇ ਜੀ ਦਿਦਾਰਿਆਂ ਨੂੰ ਸਤਿਗੁਰ ਤੇਰੇ ਜੀ ਦਿਦਾਰਿਆਂ ਨੂੰ ਗੋਵੇ ਨੈਣ ਲੋਚਦੇ ਮੇਰੇ ਤੇਰੇ ਅੰਗਾਰਿਆਂ ਨੈਣ ਲੋਚਦੇ ਮੇਰੇ ਤੇਰੇ ਅੰਗਾਰਿਆਂ ਨੂੰ ਦਰਸ਼ਨ ਪਿਆਸੀ ਦਿਨ ਸਰਾਗ ਜਿਤਵੋ ਅਣਜਨਨੀ ਗੁਰ ਕਪਟ ਗੁਰ ਵੀਲਿਆ ਨਾਨਕ ਹਰ ਸੰਗ ਮੀਤ ਪਰਮ ਤੇ ਸਨਮਾਨਯੋਗ ਸਤਿਗੁਰਾਂ ਦੀ ਪਾਵਨ ਗੋਦ ਅੰਦਰ ਬੈਠੇ ਹੋਏ ਸਰਬਤਮਾਈ ਭਾਈ ਇੱਕ ਦਫਾ ਲਵਾਓ ਹਾਜ਼ਰੀਆਂ ਸਤਿਗੁਰੂ ਸਾਹਿਬ ਜੀਆਂ ਦੇ ਪਾਵਨ ਚਰਨਾਂ ਵੱਲ ਧਿਆਨ ਜੋੜਦੇ ਹੋਏ ਸਤਿਗੁਰਾਂ ਦੀ ਫਤਿਹ ਬੁਲੰਦ ਕਰੋ। ਕੋਈ ਵੀ ਰਚਨਾ ਬਾਝੀ ਨਾ ਰਹੇ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ। बहुत ही आनंदमय समा प्राप्त हो रहा है। आज तकरीबन काफ़ी समा लंघ चुके हैं। 5 तरीक तो लेके तकरीबन 14 हो चुकी है। तो हौली हौली बन्ने हुए दिन सियाणे कहते नेड़े लगते हैं। ते
ਸੰਗਤ ਬੜੇ ਪਿਆਰ ਵਿੱਚ ਜਿਉਂ-ਜਿਉਂ ਆਪਣਾ ਸਮਾਗਮ ਨੇਪਰੇ ਲੱਗ ਰਿਹਾ ਹੈ, ਸੰਗਤ ਵੀ ਪਿਆਰ ਜਤਾ ਰਹੀ ਹੈ, ਕਿਉਂਕਿ ਸੰਗਤ ਦੇ ਹਿਰਦਿਆਂ 'ਚ ਗੁਰੂ ਪ੍ਰਤੀ, ਮਹਾਂਪੁਰਸ਼ਾਂ ਪ੍ਰਤੀ ਬੜਾ ਪਿਆਰ ਹੈ। ਕਿਉਂਕਿ ਉਤਸ਼ਾਹ ਤੋਂ ਬਿਨਾਂ, ਚਾਅ ਤੋਂ ਬਿਨਾਂ ਤਾਂ ਕੋਈ ਵੀ ਚੀਜ਼ ਨਹੀਂ ਪੂਰੀ ਹੁੰਦੀ, ਕਿਉਂਕਿ ਇਹ ਵੀ ਇੱਕ ਚਾਅ ਦਾ ਕੰਮ ਹੈ, ਉਤਸ਼ਾਹ ਦਾ ਕੰਮ ਹੈ। ਸਾਡਾ ਉਤਸ਼ਾਹ ਸੀ ਵੀ ਚਲੋ ਸਮਾਗਮ ਕਰਾਂਗੇ, ਪ੍ਰਚਾਰ ਹੋਵੇਗਾ, ਅਤੇ ਸਾਡਾ ਚਾਅ ਤੁਸੀਂ ਹੋਰ ਵੀ ਵਧਾ ਦਿੱਤਾ। ਤੁਹਾਡੇ ਉਤਸ਼ਾਹ ਦੇ ਨਾਲ ਸਾਨੂੰ ਹੋਰ ਦੁੱਗਣਾ ਚਾਅ ਹੋ ਗਿਆ ਵੀ ਹਾਂ, ਸੰਗਤ ਚੱਸ ਰੱਖਦੀ ਹੈ, ਪਿਆਰ ਰੱਖਦੀ ਹੈ। ਜੇ ਅਸੀਂ ਕਿਸੇ ਵਸਤੂ ਨੂੰ ਮਾਨਤਾ ਨਹੀਂ ਦੇਵਾਂਗੇ, ਫਿਰ 2-4 ਦਿਨ ਅਸੀਂ ਵੀ ਕਰ ਕੁਰ ਕੇ ਢੇਰੀ ਢਾਹ ਜਾਂਦੇ ਵੀ ਛੱਡੋ, ਕਿਉਂਕਿ ਮਾਨਤਾ ਨਹੀਂ ਕੋਈ ਦੇ ਰਿਹਾ, ਸੁਣ ਨਹੀਂ ਰਿਹਾ, ਕੋਈ ਗਾਹਕ ਨਹੀਂ ਹੈ। ਜਿਸ ਪਿੰਡ ਵਿੱਚ ਕੋਈ ਵਸਤੂ ਵਾਲਾ ਆ ਜਾਵੇ, ਖਾਰੀ ਲੈ ਕੇ, ਕੋਈ ਟਰਾਲੀ ਦੇ ਵਿੱਚ ਸਮਾਨ ਪਾਇਆ ਹੁੰਦਾ ਹੈ, ਕਿਸੇ ਕੋਲ ਰੇੜੇ 'ਚ ਹੁੰਦਾ ਹੈ, ਕੋਈ ਇੱਕ ਅੱਧਾ ਦਿਨ ਪਿੰਡ 'ਚ ਗੇੜਾ ਮਾਰਦਾ ਹੈ, ਪਹਿਲੇ ਦਿਨ ਹੀ ਤਕਰੀਬਨ ਉਹਨੂੰ ਪਤਾ ਲੱਗ ਜਾਂਦਾ ਵੀ ਮੇਰੇ ਗਾਹਕ ਇਸ ਪਿੰਡ 'ਚ ਹਨਗੇ ਜਾਂ ਨਹੀਂ ਹਨਗੇ। ਫਿਰ ਉਹ ਦੂਜਾ ਤੀਜਾ ਗੇੜਾ ਨਹੀਂ ਮਾਰਦਾ। ਇੱਦਾਂ ਹੁਣ ਆਪਾਂ ਗੁਰੂ ਦੀ ਵਸਤੂ ਨੂੰ ਖਰੀਦਣਾ ਹੈ, ਗੁਰੂ ਦੀ ਵਸਤੂ ਦਾ ਵਣਜ ਕਰਨਾ ਹੈ, ਅਤੇ ਗੁਰੂ ਦੀ ਵਣਜ ਜਿਹੜੇ ਕਰਾਉਂਦੇ ਹਨ, ਜਿਹੜੇ ਵਪਾਰੀ ਹਨ, ਉਹ ਦੇਖ ਲੈਂਦੇ ਨੇ ਵੀ ਹਾਂ ਇੱਥੇ ਕੋਈ ਗਾਹਕ ਹੈ। ਨਹੀਂ ਤਾਂ ਫਿਰ ਬਾਣੀ ਵਿੱਚ ਲਿਖਿਆ ਹੈ, ਬਿਨ ਗਾਹਕ ਗੁਣ ਵੇਚੀਏ ਤੋ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲੇ ਤਉ ਗੁਣ ਲੱਖ ਬਕਾਈ। ਜੇ ਗੁਣ ਦਾ ਗਾਹਕ ਹੋਵੇ ਕਿਸੇ ਵਸਤੂ ਦਾ, ਫਿਰ ਤਾਂ ਉੱਥੇ ਕੱਪੜੇ ਵਾਲਾ ਵੀ ਆਪਣੀ ਸਾਰੀ ਦੁਕਾਨ ਖੋਲ੍ਹ ਦਿੰਦਾ ਹੈ, ਗਹਿਣਿਆਂ ਵਾਲਾ ਵੀ ਸਾਰੀ ਪਟਾਰੀ ਖੋਲ੍ਹ ਦਿੰਦਾ ਹੈ। ਜੇ ਗਾਹਕ ਹੀ ਨਹੀਂ ਹੈ, ਫਿਰ ਉੱਥੇ ਦੇਖਣ ਦੇ ਗੁਰਮੁਖੋ ਹਿਸਾਬ ਕਿਤਾਬ ਰੱਖਦੇ ਹਾਂ। ਇਸ ਕਰਕੇ ਨਾਮ ਦੇਖਣ ਦੀ ਵਸਤੂ ਨਹੀਂ ਹੈ, ਨਾਮ ਜਪਣ ਦੀ ਵਸਤੂ ਹੈ, ਜਪ ਕੇ ਹਿਰਦੇ ਤੱਕ ਵਸਾਉਣ ਦੀ ਵਸਤੂ ਹੈ। ਇਸ ਕਰਕੇ ਜਿਨ ਹਰ ਹਿਰਦੈ ਨਾਮ ਨ ਬਸਿਓ, ਤਿਨ ਮਾਤ ਕੀਜੈ ਹਰ ਵੰਝਾਂ ਬਾਂਝ। ਕਿ ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਸੁਣਿਆ ਨਹੀਂ, ਸੁਣ ਕੇ ਹਿਰਦੇ 'ਚ ਨਹੀਂ ਵਸਾਇਆ, ਉਸ ਨਾਮ 'ਤੇ ਅਮਲ ਨਹੀਂ ਕੀਤਾ, ਫਿਰ ਉਹਦੀ ਮਾਂ ਨੂੰ ਲਾਹਨਤ ਪਾ ਦਿੱਤੀ ਕਿ ਇਸੇ ਪੁਰਸ਼ ਦੀ ਮਾਂ ਨੂੰ ਬਾਂਝ ਰਹਿਣੀ ਚੰਗਾ ਸੀ। ਬੋਲੋ ਸਤਿਨਾਮ। ਉਹਨੇ ਜਨਮ ਨਹੀਂ ਸੀ ਦੇਣਾ ਇਸੇ ਸਾਕਤ ਪੁਰਸ਼ ਨੂੰ, ਜਿਹਨੇ ਆਪਣੇ ਹਿਰਦੇ ਵਿੱਚ ਨਾਮ ਹੀ ਨਹੀਂ ਵਸਾਇਆ, ਬੰਦਗੀ ਉਹ ਨਹੀਂ ਕੀਤੀ। ਪਰ ਜਿਨ੍ਹਾਂ ਨੇ ਵਸਾਇਆ, ਅੱਜ ਉਹਨਾਂ ਦਾ ਨਾਮ ਦੁਨੀਆ 'ਤੇ ਹੈ। ਮਹਾਂਪੁਰਸ਼ਾਂ ਨੂੰ ਅੱਜ ਕੌਣ ਭੁੱਲਿਆ? ਸੰਤ ਮਹਾਰਾਜ ਜੀ ਦਾ ਕਿੰਨਾ ਜਪ ਤਪ ਸੀ, ਫਿਰ ਇਹਨਾਂ ਮਹਾਂਪੁਰਸ਼ਾਂ ਦਾ ਕਿੰਨਾ ਜਪ ਤਪ ਸੀ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ, ਦੁਸਹਿਰਾ ਬਾਗ ਵਾਲਿਆਂ ਦਾ ਕਿੰਨਾ ਜਪ ਤਪ ਸੀ। ਇਹਨਾਂ ਸੁਣਿਆ ਸੀ ਮਹਾਂਪੁਰਸ਼ਾਂ ਤੋਂ, ਕਹਿੰਦੇ ਇੱਕ ਦਿਨ ਮੋਤੀ ਬਾਗ ਦੇ ਵਿੱਚ ਹੀ ਜ਼ਿਆਦਾ ਰਹੇ ਨੇ ਮਹਾਂਪੁਰਖ। ਪਟਿਆਲਾ ਮੋਤੀ ਬਾਗ ਵਿੱਚ ਹੀ ਡੇਰਾ ਹੈ, ਦੁਸਹਿਰਾ ਬਾਗ ਅਸਥਾਨ ਸੰਗਰੂਰ ਵੀ ਹੈ, ਪਟਿਆਲੇ ਵੀ ਹੈ, ਨਾਭੇ ਵੀ ਹੈ, ਆਪਣੇ ਪਿੰਡ 'ਚ ਵੀ ਹੈ। ਦੇਖੋ ਲੋਹਾ ਖੇੜੇ, ਦਾਨਗੜ੍ਹ, ਇਹ ਸਾਰੇ ਪਿੰਡਾਂ 'ਚ ਹੀ ਬਾਬਾ ਆਨੰਦ ਸਿੰਘ ਦੇ ਸਥਾਨ ਬਣੇ ਹੋਏ ਨੇ।
एक दिन महापुरुषों की इच्छा हुई, अपनी संगत नूं कह दिता कि भाई तैयार हो जाओ, आपां राड़ा साहब वाले महापुरखों का दीवान सुन के आना है। बोलो सतनाम। ते संगत तैयार हो गई, तो मन में शंका जा हो गया संगत च कि महापुरुषों ने संगत की तैयारी करा ली, कोई साधन कोई गड्डी गुड्डी तो करी नहीं, महापुरुषों ने कहा तो जावांगे भी चलो तुरकी ना लेके जाते। हुण सारी संगत 10-20 शरीर महापुरुषों के नाल या 5-7 शरीर तैयार हो गए। उधरों राड़ा साहब वाले महापुरख दीवान दे जाण तो पहला ड्राइवर नूं कहंदे, हजूरा सिया तू इदां कर, असीं दीवान सजाउने आ, तू पटियाले तो मोती बाग तो बाबा नंद सिंह नूं दशहरा बाग वालियां नूं बिठा के लिया, वो तैयार खड़े ने। बोलो सतनाम। देखो खिच्चां ने ਜਿਹੜੀਆਂ ਖਿੱਚਾਂ ਨੇ ਨਾ ਗੁਰਮੁਖੋ, ਸਾਧੂ ਦੀ ਸਾਧੂ ਹੀ ਜਾਣਦਾ ਹੈ ਉਹਨਾਂ ਦੇ ਫੁਰਨੇ ਨੂੰ, ਕਿਉਂਕਿ ਜਿਹੜਾ ਫੁਰਨੇ ਨੂੰ ਜਾਣ ਲਵੇ ਉਹੀ ਸਾਧੂ ਪੂਰਨ ਹੁੰਦਾ ਹੈ। ਸੰਤ ਬਾਬਾ ਜੰਗੀਰ ਸਿੰਘ ਜੀ ਨੇ ਉਹਨਾਂ ਦੇ ਫੁਰਨੇ ਨੂੰ ਜਾਣਿਆ, ਤੇ ਬਾਬਾ ਨੰਦ ਸਿੰਘ ਜੀ ਨੇ ਇਹਨਾਂ ਦੇ ਫੁਰਨੇ ਨੂੰ ਜਾਣਿਆ। ਫੇਰ ਹੀ ਕਿਤੇ ਵਿਕਿਆ ਜਾਂਦਾ ਹੈ, फिर ही किसी के गुरमुखों वै खरीद होया जाता है, एवं तो किसी के विकिया नहीं जाता। इदा करके साडा जीवन है जिहड़ा वै खरीद ताइयों बनता है साधु ते महापुरुष ते गुरमुखों। जे साडा कोई परमेश्वर की बंदगी वालियां दा मन में गुंजाइश बन जाए, उन्हां दे वरताए सतगुरु जी मेरा करन, रहमतां करन। सच्चे पातशाह जी बख्शिशां करियो, रहमतां करियो, अपने जीवन की सानू एक कड़ी का एक किणका बख्श दिओ नाम दा, असीं तुहाडे चरनां दी धूड़ी लै लईए। कहदे फिर बाबा हजूरा सिंह जी मोती बाग च गए, आओ महाराज जी बैठो गड्डी च। संत नंद सिंह जी कहते भाई तेनों किने भेजता? कहते जी संत महाराज जी ने राड़ा साहब वालिया ने भेजा कि जाके लैके आओ। जिन्हें 5-7 शरीर सी नाल बिठा ले, जल पानी सकते सकते ही महापुरुषों के बाबा नंद सिंह जी आ गए। भोरा साहब दे दर्शन किए। भोरा साहब दे विच बैठे बैठे बाबा नंद सिंह जी कहते ईश्वर सिया आ भोरा तो सानू छड़ दे, सानू बड़ा वधिया लगता है, असीं रिहा करांगे भोरे च। महाराज बाबा ईश्वर सिंह जी जिवें बैठे सी उवें उठ के बाहर आ गए। महाराज जी सामू तुहाडे ही है सब कुछ। बाद तो पकड़ ले बाबा नंद सिंह जी ने, कहते ईश्वर सिया असी फकरा वकीलों ने भोरिया तो की करोने, ये तो तेरे वर्गे राजे जोगियां वास्ते ने, जिन्हों ने राजे जोगियां वाली व्यवस्था पाई है ना, उही ये भोरिया तो शोभते ने। असी तो डिब्बियां ते फिरन वाले हाँ, असी तो फिर तुर के बंदगी करन वाले हाँ, क्योंकि ताइयों गुरबाणी ने महापुरुषों की बाणी ने नीतिवान पुरुषों ने महापुरखों को जंगम तीर्थ लिखिया है। जंगम संत महाराज बड़े प्यार नाल कहंदे हुंदे, जंगम तीर्थ हुंदे ने भी साधु, भला करदे दुनिया दा। तीर्थ हुंदे ने साधु, भला कर दे दुनिया दा।
ਜੰਗਮ ਤੀਰਥ ਗੁੰਦੇ ਨੇ ਭਾਈ ਸਾਧੂ ਭਲਾ ਕਰਦੇ ਦੁਨੀਆ ਦਾ ਕੀਰਤ ਗੁੰਦੇ ਨੇ ਸਾਧੂ ਭਲਾ ਕਰਦੇ ਦੁਨੀਆ ਦਾ ਜੰਗਮ ਤੀਰਥ ਕਹੇ ਜੰਗਮ ਸਾਧੂ ਅੱਗੇ ਆਪਣੇ ਜਵਾਨਿਆਂ 'ਚ ਪਿਸਨਿਆਂ 'ਚ ਆਉਂਦੇ ਹੁੰਦੇ ਜੰਗਮ ਸਾਧੂ ਜੰਗਮ ਦੀ ਨਿਸ਼ਾਨੀ ਕੀ ਹੈ ਭਲਾ ਆਪਣੇ ਘਰ ਮੂਹਰੇ ਨਾ ਇੱਕ ਪੈਰ ਪਿੱਛੇ ਇੱਕ ਅੱਗੇ ਉਹ ਖੜ੍ਹਦੇ ਨਹੀਂ ਸੀ ਟਿਕ ਕੇ ਟੱਲਾ ਵਾਲਾ ਸਾਧ ਵੀ ਆਪਾਂ ਕਹਿੰਦੇ ਹੁੰਦੇ ਉਹਨਾਂ ਨੂੰ ਉਹ ਇੱਕ ਕਦਮ ਦੋ ਕਦਮ ਆਏ ਹਿੱਲੀ ਜਾਣਾ ਉਹਨਾਂ ਨੇ ਖੜ੍ਹਨਾ ਨਾ ਜਿੰਨਾ ਚਿਰ ਆਪਾਂ ਅੰਦਰੋਂ ਕੋਈ ਖੈਰ ਨਾ ਪਾਉਂਦੇ ਉਹਨਾਂ ਨੇ ਅਤੇ ਉਹਨਾਂ ਨੇ ਆਪਣਾ ਤੁਰਦੇ ਫਿਰਦੇ ਹੀ ਜੀਵਨ ਰੱਖਣਾ ਇਸੇ ਤਰ੍ਹਾਂ ਮਹਾਂਪੁਰਖ ਚੱਲਦੇ ਫਿਰਦੇ ਤੀਰਥ ਨੇ ਜਿੱਥੇ ਬਹਿ ਜਾਂਦੇ ਨੇ ਉੱਥੇ ਤੀਰਥ ਬਣਾ ਦਿੰਦੇ ਨੇ ਬੋਲੋ ਸਤਿਨਾਮ ਫਿਰ ਸੰਤ ਮਹਾਰਾਜ ਜੀ ਦੁਸਹਿਰਾ ਬਾਗ ਵਾਲਿਆਂ ਨੂੰ ਮਹਾਂਪੁਰਖਾਂ ਨੇ ਦੀਵਾਨ ਵਿੱਚ ਲਿਜਾਣਾ ਕੀਤਾ ਦੀਵਾਨ 'ਚ ਮਹਾਂਪੁਰਖਾਂ ਨੇ ਆਏ ਸੱਜੇ ਪਾਸੇ ਬਿਠਾਇਆ ਸੱਜੇ ਪਾਸੇ ਬਿਠਾਇਆ ਜਦੋਂ ਮਹਾਂਪੁਰਖਾਂ ਨੇ ਛਾਣ ਵਜਾਈ ਕੀਰਤਨ ਸ਼ੁਰੂ ਕੀਤਾ ਬੜਾ ਮਹਾਂਪੁਰਖਾਂ ਨੇ ਆਨੰਦ ਵਿੱਚ ਹੋ ਕੇ ਸੁਣਿਆ ਬਾਅਦ ਵਿੱਚ ਫਿਰ ਮਹਾਂਪੁਰਖਾਂ ਨੇ 2 ਮਿੰਟ ਟਾਈਮ ਦਿੱਤਾ ਕਹਿੰਦੇ ਭਾਈ ਸੰਗਤੇ ਅੱਜ ਦੂਜੀ ਵਾਰ ਆਨੰਦ ਵਰਤਿਆ ਹੈ ਬੋਲੋ ਸਤਿਨਾਮ ਜੀ ਵਚਨ ਮਹਾਰਾਜ ਕੀ ਆਨੰਦ ਵਰਤਿਆ ਸੰਗਤ ਨੂੰ ਕਹਿੰਦੇ ਨੇ ਕਹਿੰਦੇ ਜਾਂ ਤਾਂ ਵੱਡੇ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਦੇ ਦੀਵਾਨ ਵਿੱਚ ਗੁਰੂ ਨਾਨਕ ਦੇ ਦਰਸ਼ਨ ਹੋਏ ਜਾਂ ਅੱਜ ਸੰਤ ਬਾਬਾ ਈਸ਼ਰ ਸਿੰਘ ਦੇ ਦੀਵਾਨ ਵਿੱਚ ਹੋਏ ਬੋਲੋ ਸਤਿਨਾਮ ਆਏ ਸਾਹਮਣੇ ਦਰਸ਼ਨ ਹੋਏ ਨੇ ਭਾਈ ਐਸੇ ਮਹਾਂਪੁਰਸ਼ਾਂ ਤੋਂ ਜਦ ਕੀਰਤਨ ਦੀਆਂ ਧੁਨਾਂ ਮਹਾਰਾਜ ਜੀ ਦੇ ਬਾਜਾ ਰਾੜਾ ਸਾਹਿਬ ਵਾਲੇ ਕੀਰਤਨ ਕਰਦੇ ਸੀ ਨਾ ਸੱਚਮੁੱਚ ਹੀ ਗੁਰੂ ਨਾਨਕ ਪਰਮੇਸ਼ਰ ਆਪ ਹੀ ਪਹਿਰਾ ਦਿੰਦਾ ਸੀ ਕੀਰਤਨ ਕਦੇ ਵੀ ਹੋਵੇ ਜਦੋਂ ਅਸੀਂ ਉਹਦੇ ਭੈ 'ਚ ਕਰਾਂਗੇ ਭਾਵਨਾ 'ਚ ਕਰਾਂਗੇ ਉੱਥੇ ਗੁਰੂ ਨਾਨਕ ਵਸੇ ਜਾਂਦਾ ਆ ਵੀ ਤੁਸੀਂ ਵੀ ਦੇਖੋ ਕਿੰਨਾ ਆਨੰਦ ਕਿੰਨੀ ਸ਼ਾਂਤੀ ਇੱਥੋਂ ਕਿਹੜਾ ਹੁਣ ਗੁਰੂ ਨਾਨਕ ਬਾਹਰ ਨੇ ਬੋਲੋ ਸਤਿਨਾਮ ਇੱਥੇ ਵੀ ਹਾਜ਼ਰ ਨੇ ਕਿਉਂਕਿ ਕੰਮ ਹੀ ਗੁਰੂ ਨਾਨਕ ਦੇ ਨੇ ਅਸੀਂ ਇਨਸਾਨ ਕੁਛ ਕਰ ਨਹੀਂ ਸਕਦੇ ਨਾ ਮੈਂ ਕੁਛ ਸੁਣਾਉਣ ਜੋਗਾ ਅਤੇ ਨਾ ਅਸੀਂ ਸੁਣਨ ਜੋਗੇ ਹਾਂ ਇਹ ਸਾਰਿਆਂ ਵਿੱਚ ਹੀ ਉਹ ਵਰਤ ਰਹੇ ਨੇ ਆਪੇ ਹੀ ਆਪ ਵਰਤਦਾ ਪਿਆਰਾ ਆਪੇ ਵਰਤ ਰਿਹਾ ਸਾਰਿਆਂ 'ਚ ਸੁਣਨ ਵਾਲਾ ਵੀ ਉੱਧਰ ਬਣਿਆ ਬੈਠਾ ਅਤੇ ਸੁਣਾਉਣ ਵਾਲਾ ਵੀ ਇੱਧਰ ਬੈਠਾ ਹੈ ਇੱਕੋ ਹੀ ਹੁਣ ਅਸੀਂ ਗੁਰੂ ਕੋ ਕੀ ਉਹਦਾ ਅੰਤ ਪਾਵਾਂਗੇ ਮੇਰੇ ਲਾਲ ਜੀਓ ਤੇਰਾ ਅੰਤ ਨ ਜਾਣਾ ਤੂੰ ਜਲਥਲ ਮਹੀਲ ਭਰਪੁਰ ਲੀਣਾ ਤੂੰ ਆਪੇ ਸਰਬ ਸਮਾਣਾ ਸਾਰਿਆਂ 'ਚ ਸਮਾਇਆ ਹੋਇਆ ਸੱਚੇ ਪਾਤਸ਼ਾਹ ਸਰੋਤਿਆਂ 'ਚ ਵੀ ਤੂੰ ਹੈ ਅਤੇ ਸੁਣਾਉਣ ਵਾਲਿਆਂ 'ਚ ਵੀ ਤੂੰ ਹੈ ਹੁਣ ਅਸੀਂ ਤਾਂ ਕੀ ਦੇਖਦੇ ਹਾਂ ਸਾਡੀ ਤਾਂ ਤੁਸ ਮਤ ਹੈ ਸਾਡਾ ਤਾਂ ਜੀਵਨ ਹੀ ਤੁਸ ਹੈ ਅੱਜ ਤਾਂ ਇਕੱਲੀ ਇਕੱਲੀ ਚੀਜ਼ 'ਤੇ ਸ਼ੰਕੇ ਕਰ ਲੈਂਦੇ ਇੱਥੋਂ ਆਹ ਨਹੀਂ ਹੋਇਆ ਜੇ ਨਹੀਂ ਹੋਇਆ ਉਹ ਨਹੀਂ ਹੋਇਆ ਕਿਉਂ ਸਾਡੇ ਜਿਹੜੀ ਅੱਖ ਲੱਗੀ ਹੈ ਨਾ ਉਹ ਸ਼ੰਕਾਵਾਦੀ ਹੋਏ ਜੀਭ ਵੀ ਸਾਡਾ ਸ਼ੰਕਾ ਕਰਦੀ ਹੈ ਅੱਖਾਂ ਵੀ ਸਾਡੀਆਂ ਸ਼ੰਕਾ ਕਰਦੀਆਂ ਨੇ ਕੰਨ ਵੀ ਉਹ ਸ਼ੰਕਾਵਾਦੀ ਗੱਲਾਂ ਸੁਣਦੇ ਨੇ ਹੋਰ ਸਾਡੇ ਕੋਲ ਹੈ ਜੇ ਸ਼ੰਕਾ ਹੀ ਹੋ ਗਈ ਫਿਰ ਜੱਗ ਸੰਪੂਰਨ ਨਹੀਂ ਹੁੰਦਾ ਪਾਂਡਵਾਂ ਵੇਲੇ ਕੈਰਵਾਂ ਅਤੇ ਪਾਂਡਵਾਂ ਦਾ ਯੁੱਧ ਹੋਇਆ ਚਲੋ ਕ੍ਰਿਸ਼ਨ ਭਗਵਾਨ ਜੀ ਨੇ ਮਦਦ ਕੀਤੀ ਉਹਨਾਂ ਨੂੰ ਜਿੱਤ ਹਾਸਲ ਹੋਈ ਪਾਂਡਵਾਂ ਨੂੰ ਅਤੇ ਪਾਂਡਵਾਂ ਨੇ ਚਲੋ ਯੁੱਧ ਕੀਤਾ
काफ़ी निर्दोषे भी मारे गए, दोषे भी मारे गए, विच काफ़ी गदर पिया, नुकसान तो हो ही जाता है। आ हुण भी देखो किन्ना विश्व के युद्ध लग्या पिया, किसान बैठे ने, किते सिख बैठे ने। हुण इन्हां दा पता नहीं ये कदों आपस च हो जाण, बोलो सतनाम, कोई पता इन्हां दा। महाराज शांति बख्शे। उत्थे किहदे दिल नूं फड़ांगे आपां, हुण किहदी बांग नूं फड़ के खिच्चांगे भी हुण किहदे किहदे दिल च आपां फड़ांगे भई शांति रखो, शांति रखो। नहीं शांति रह सकती। शांति ਦਾ वैसे एक अपने परिवार ਵਿੱਚ ही नहीं रह सकती। एक घर ਵਿੱਚ कोई समागम करना है, विवाह करना है, ਵਿਆਹ ਵਿੱਚ ਗੁਰਮੁਖੋ 10 ਰਿਸ਼ਤੇਦਾਰ ਨੇ, 20 ਰਿਸ਼ਤੇਦਾਰ ਨੇ, ਇੱਕ ਨਾ ਦੇ ਰੁੱਸ ਜੇ ਉਹੀ ਨਹੀਂ ਮੰਨਦਾ, ਸਾਰਾ ਵਿਆਹ ਹੀ ਕਿਰਕਲਾ ਹੋ ਜਾਂਦਾ। ਇੱਦਾਂ ਕਰਕੇ ਜਦੋਂ ਅਸੀਂ ਇੰਨੇ ਦੁਨੀਆ ਵਿਸ਼ਵ ਦੇ ਲੋਕ ਇਕੱਠੇ ਹੁੰਦੇ ਹਾਂ, ਉੱਥੇ ਇੱਕ ਦੀ ਚੂਲ ਵਿੰਗੀ ਹੋ ਗਈ ਤੇ ਬੜਾ ਔਖਾ ਹੋ ਜਾਂਦਾ ਹੈ। ਇੱਦਾਂ ਕਰਕੇ ਸ਼ੰਕੇ ਤੋਂ ਰਹਿਤ ਹੋ ਕੇ ਕੋਈ ਵੀ ਕਾਰਜ ਹੋਣਾ ਚਾਹੀਦਾ ਹੈ। ਕਰਨਾ ਨਾ ਕੋਈ ਅਖੰਡ ਪਾਠ ਕਰਨਾ, ਕੋਈ ਸਹਿਜ ਪਾਠ ਕਰਨਾ, ਉੱਥੇ ਸ਼ੰਕਾ ਨਹੀਂ ਰਹਿਣਾ ਚਾਹੀਦਾ, ਮਨ ਵਿੱਚ ਕੋਈ ਸ਼ੰਕਾ ਨਹੀਂ ਰਹਿਣਾ ਚਾਹੀਦਾ। ਪਾਂਡਵਾਂ ਦੀ ਚਲੋ ਜਿੱਤ ਹੋਈ, ਰਾਜ ਹਾਸਲ ਹੋਇਆ, ਚਲੋ ਸ਼ੁਕਰਾਨਾ ਆਪਾਂ ਕਰਦੇ ਹਾਂ। ਤਕਰੀਬਨ ਕੋਈ 4 ਕਿੱਲੇ ਆਪਾਂ ਨੂੰ ਪੈਲੀ ਦੇ ਮਿਲ ਜਾਣ, ਕੋਈ ਸੋਹਣਾ ਮਕਾਨ ਮਿਲ ਜਾਵੇ, ਉਹ ਮਕਾਨ ਦੀ ਵੀ ਫਿਰ ਆਪਾਂ ਕਹਿੰਦੇ ਵੀ ਅਖੰਡ ਪਾਠ ਕਰਾਈਏ, ਸਹਿਜ ਕਰਾਈਏ, ਜਾਂ ਸੁਖਨੀ ਸਾਹਿਬ ਵੀ ਕਰਾ ਲਈਏ। ਅਤੇ ਇੱਦਾਂ ਕਰਕੇ ਸਾਧ ਸੰਗਤ ਜੀ, ਪਾਂਡਵਾਂ ਨੇ ਸ਼ੁਕਰਾਨੇ ਵਜੋਂ ਭਗਵਾਨ ਜੀ ਕੋਲ ਜਾ ਕੇ ਬੇਨਤੀ ਕੀਤੀ, ਹੇ ਭਗਵਾਨ, ਤੁਹਾਡੀ ਕਿਰਪਾ ਦੇ ਨਾਲ ਅਸੀਂ ਜਿੱਤ ਹਾਸਲ ਕੀਤੀ ਹੈ, ਹੁਣ ਅਸੀਂ ਰਾਜ ਸੁਖ ਭੋਗਣਾ ਹੈ, ਰਾਜ ਵਿੱਚ ਪੈਰ ਧਰਨਾ ਹੈ। ਅਤੇ ਰਾਜ ਹਾਸਲ ਕਰਦਿਆਂ ਸਾਨੂੰ ਕਾਫੀ ਮਸ਼ੱਕਤ ਕਰਨੀ ਪਈ ਹੈ। ਲੋਕ ਬੇਦੋਸ਼ੇ ਵੀ ਸਾਤੋਂ ਮਾਰੇ ਗਏ ਅਤੇ ਨਿਰਦੋਸ਼ੇ, ਅਤੇ ਜਿਨ੍ਹਾਂ ਨੇ ਦੋਸ਼ ਕਰਿਆ, ਸਾਡਾ ਮੁਕਾਬਲਾ ਕੀਤਾ, ਉਹ ਵੀ ਮਾਰੇ ਗਏ, ਬਿਨਾਂ ਮੁਕਾਬਲੇ ਤੋਂ ਵੀ ਮਾਰੇ ਗਏ ਸੀ। ਉਹਨਾਂ ਦੀ ਸ਼ਾਂਤੀ ਵਾਸਤੇ ਕੋਈ ਜੱਗ ਪੁੰਨ ਕਰਨਾ ਚਾਹੁੰਦੇ ਆ। ਕਹਿੰਦੇ ਕੋਈ ਨਹੀਂ, ਰਲ ਕੇ ਜੱਗ ਕਰੋ, ਸਮੇਤ ਜੱਗ ਕਰੋ। ਮਹਾਰਾਜ ਜੀ ਉਹ ਕਿੱਦਾਂ ਕਰੀਏ ਸਮੱਗਰੀ? ਕਹਿੰਦੇ ਹਾਂ, ਚੰਗੇ ਪਦਾਰਥ ਤਿਆਰ ਕਰੋ, 37 ਪ੍ਰਕਾਰ ਦੇ ਭੋਜਨ ਤਿਆਰ ਹੋਣ, ਅਤੇ ਕੋਈ ਵੀ ਸਾਧੂ ਨਾ ਰਹੇ ਇਲਾਕੇ ਦਾ, ਜਿਹਦੇ ਵਿੱਚ ਸਾਰੇ ਮਹਾਤਮਾ ਦੀਆਂ ਪੰਗਤਾਂ ਲੱਗਣ। ਸਭ ਨੂੰ ਮਾਇਆ ਕਰਕੇ ਵੀ, ਵਸਨਾ ਕਰਕੇ ਵੀ ਦਾਨ ਦਿਓ। ਅਤੇ ਮਹਾਰਾਜ ਵੀ ਜੱਗ ਸੰਪੂਰਨ ਹੋਣ ਦੀ ਕੀ ਨਿਸ਼ਾਨੀ ਹੈ? ਕਹਿੰਦੇ ਹਾਂ, ਜੱਗ ਸੰਪੂਰਨ ਹੋਣ ਦੀ ਇਹ ਨਿਸ਼ਾਨੀ ਹੈ ਵੀ ਆਪਣੇ ਕੋਠੇ ਦੇ ਉੱਪਰ, ਮਹਿਲਾਂ ਦੇ ਉੱਪਰ ਸ਼ੰਖ ਰੱਖ ਦਿਓ, ਕੰਡਿਆਲਾ ਰੱਖ ਦਿਓ, ਅਤੇ ਸ਼ੰਖ ਕੰਡਿਆਲਾ ਆਪਦੇ ਆਪ ਹੀ ਵੱਜਣਗੀਆਂ। ਬੋਲੋ ਸਤਿਨਾਮ। ਇਹ ਜੱਗ ਸੰਪੂਰਨ ਹੋਣ ਦੀ ਨਿਸ਼ਾਨੀ ਹੈ। ਚਲੋ, ਮਹਾਂਪੁਰਸ਼ਾਂ ਨੇ ਵਿਧੀ ਦੱਸਤੀ, ਪਾਂਡਵਾਂ ਨੇ ਰਚਨਾ ਰਚਾਤੀ ਸਾਰੇ ਇਲਾਕੇ 'ਚ। ਜਿਵੇਂ ਆਪਾਂ ਹੁਣ ਮਹਾਂਪੁਰਖਾਂ ਦੀ ਵਰਸੀ ਵੇਲੇ ਨਵਰਤਨ ਦੇ ਕੇ ਆਉਂਦੇ ਹਾਂ ਚਿੱਠੀਆਂ, ਉੱਥੇ ਜਾਓ ਜੀ, ਉੱਥੇ ਜਾਓ ਜੀ, ਪੁਰਾਣੀ ਟਕਸਾਲ ਦੇ ਸਾਧੂ ਨੂੰ, ਫਲਾਣੀ ਸੰਪਰਦਾ ਦੇ ਨੂੰ, ਸਾਰਿਆਂ ਨੂੰ ਬੁਲਾਉਂਦੇ ਆਪਾਂ ਮਹਾਂਪੁਰਖਾਂ ਦੀ ਯਾਦ 'ਚ। ਉੱਥੇ ਵੀ ਜਿੰਨਾ ਕੁ ਸਰਦਾ ਹੈ, ਭੋਜਨ ਪਾਣੀ ਵੀ ਉਹ ਛਕ ਕੇ ਜਾਂਦੇ ਨੇ। ਮਾਇਆ ਆਦਿਕ ਵੀ ਆਪਾਂ ਦਿੰਦੇ ਹਾਂ ਉਹਨਾਂ ਨੂੰ, ਲਓ ਜੀ ਮਾਇਆ ਛਕੋ, ਲੈ ਕੇ ਜਾਓ, ਵਸਤਰ ਲੈ ਕੇ ਜਾਓ। ਇੱਦਾਂ ਕਰਕੇ ਦਾਨ ਪੁੰਨ ਕਰਨਾ। ਪਾਂਡਵਾਂ ਨੇ ਸਾਰੇ ਪਾਸੇ ਜਿੰਨੇ ਸਾਧੂ ਸੀ ਸਭ ਨੂੰ ਨਵਰਤਨ ਚਿੱਠੀਆਂ ਦਿੱਤੀਆਂ। ਇੱਕ ਉਹਨਾਂ ਦੇ ਵਿੱਚ ਮਹਾਰਿਸ਼ੀ ਵਾਲਮੀਕ ਬ੍ਰਹਮ ਗਿਆਨੀ ਸਾਧੂ, ਜਿਹੜੇ ਬੜੇ ਹੀ ਰਿਸ਼ੀ ਨੇ, ਬੜੇ ਹੀ ਤਪੀ ਨੇ, ਜਿਨ੍ਹਾਂ ਦਾ ਪਿਛੋਕੜ ਵੈਸੇ ਤਾਂ ਹੁਣ ਤਾਂ ਕਹਿਣ ਦਾ ਯੁੱਗ ਨਹੀਂ ਕਿ ਉਹਨਾਂ ਦਾ ਪਿਛੋਕੜ ਸੁਣਾਉਣਾ ਬੜਾ ਔਖਾ ਹੈ। ਕਿਉਂ? ਚਲੋ ਆਪਾਂ ਪਿਛੋਕੜ ਕਾਹਨੂੰ ਕਿਸੇ ਦੇ ਪੋਤੜੇ ਫਰੋਲੀਏ, ਲੋੜ ਹੈ ਨਹੀਂ, ਆਪਾਂ ਨੂੰ ਗੁਣ ਦੇਖਣ ਦੀ ਲੋੜ ਹੈ। ਸਾਂਝ ਕਰੀਜੈ ਗੁਣ ਹੈ ਕੇਰੀ ਸੋੜ, ਅਵਗੁਣ ਚੱਲੀ ਹੈ। ਇੱਥੇ ਤਾਂ ਅਵਗੁਣ ਛੱਡ ਕੇ ਜਾਣਾ, ਗੁਣਾਂ ਨੂੰ ਗ੍ਰਹਿਣ ਕਰਕੇ ਜਾਣਾ। ਸਾਡਾ ਜਿਹੜਾ ਜੀਵਨ ਹੈ ਨਾ, ਗੁਣ ਤੈਅ ਕਰੋ, ਗੁਣ ਸੰਗ੍ਰਹਿ ਕਰੋ,
ਗੁਣਾਂ ਦੀ ਸਾਂਝ ਕਰੀਜਾ ਗੁਣ ਹੈ ਗੇਰੀ। ਸੋੜਾ ਗੁਣ ਚੱਲੀਏ, ਜੇ ਦੁਨੀਆ ਤੋਂ ਚੱਲਿਆ ਨਾ ਔਗਣ ਛੱਡ ਕੇ ਜਾਈ ਕਿਤੇ ਤੇਰੇ ਤੇ ਫੇਰ ਕੋਈ ਸ਼ੰਕਾ ਹੋ ਜੇ ਮਨਾ। ਤੈਨੂੰ ਪੁੱਛੂਗਾ ਧਰਮਰਾਜ ਵੀ ਜਿਹੜੇ ਕੰਮਾਂ ਨੂੰ ਤੈਨੂੰ ਛੱਡਣ ਨੂੰ ਕਿਹਾ ਸੀ ਉਹ ਤਾਂ ਛੱਡੇ ਹੀ ਨਹੀਂ। ਔਗਣ ਤਾਂ ਤੂੰ ਫੇਰ ਨਾਲ ਖਿੱਚੀ ਫਿਰਦਾ ਹੈ। ਔਗਣ ਛੱਡ ਕੇ ਆਉਣੇ ਸੀ, ਗੁਣ ਲੈ ਕੇ ਜਾਣੇ ਸੀ। ਗੁਣ ਸੰਗ੍ਰਹਿ ਕਰਕੇ ਗੁਣਾਂ ਨੂੰ ਤੈਅ ਕਰਕੇ ਤੈਂ ਜਾਣਾ ਸੀ। ਇੱਦਾਂ ਕਰਕੇ ਗੁਰਮੁਖੋ ਮਹਾਰਿਸ਼ੀ ਵਾਲਮੀਕ ਨੂੰ ਵੀ ਸੁਨੇਹਾ ਮਿਲਿਆ। ਪੰਗਤਾਂ ਲੱਗ ਗਈਆਂ, ਭੋਜਨ ਤਿਆਰ ਹੋ ਗਿਆ, ਚੂਲੇ ਪੜ੍ਹੇ ਗਏ, ਸਾਰੇ ਸਾਧੂਆਂ ਨੇ ਛਕਣਾ ਸ਼ੁਰੂ ਕੀਤਾ। ਹੁਣ ਵਾਲਮੀਕ ਜੀ ਦੇ ਅੱਗੇ ਥਾਲਾ ਰੱਖਤਾ, 37 ਪ੍ਰਕਾਰ ਦੇ ਭੋਜਨ, 8-9 ਕੌਲੀਆਂ ਰੱਖਦੀਆਂ, ਕਿਸੇ ਮੁਗਰੋਂ ਰਾਇਤਾ ਪਿਆ, ਦਹੀਂ ਪਈ ਹੈ, ਕਈ ਪ੍ਰਕਾਰ ਦੀਆਂ ਸਬਜ਼ੀਆਂ, ਮਿੱਠ ਰਸ, ਖੱਟ ਰਸ ਭੋਜਨ ਪਏ ਨੇ। ਹੁਣ ਵਾਲਮੀਕ ਦਾ ਨੇਮ ਹੈ ਵੀ 8 ਪਹਿਰਾਂ ਦੇ ਵਿੱਚ 3 ਗਰਾਹੀਆਂ ਹੀ ਛਕਣੀਆਂ ਨੇ। ਗਰਾਹੀਆਂ ਤੋਂ ਭਾਵ 3 ਬੁਰਕੀਆਂ ਛਕਣੀਆਂ ਨੇ, ਬਾਹਲਾ ਭੋਜਨ ਨਹੀਂ ਹੋ ਸਕਦੇ। ਹੁਣ ਜੇ ਸਾਰੀਆਂ ਕੋਲੀਆਂ ਤੋਂ ਇੱਕ ਚਮਚਾ ਲਾਉਣ ਲੱਗਦੇ ਨੇ ਫਿਰ ਵੀ 8-9 ਚਮਚੇ ਹੋ ਗਏ, ਫਿਰ ਵੀ ਨੇਮ ਟੁੱਟਦਾ। ਉਹਨਾਂ ਨੇ ਕੀ ਕੀਤਾ ਕਿ ਸਾਰਾ ਭੋਜਨ ਹੀ ਪਵਿੱਤਰ ਕਰ ਦਈਏ, ਸੀਤ ਬਣਾ ਦਈਏ। ਸਾਰਾ ਹੀ ਦਹੀਂ, ਮਿੱਠਾ, ਖੱਟਾ, ਵਿੱਚ ਹੀ ਸਬਜ਼ੀਆਂ ਸਭ ਇਕੱਠੀਆਂ ਕਰਕੇ ਨਾ ਉਹਨਾਂ ਨੇ ਆਪਣੇ ਨੇਮ ਨਾਲ 3 ਗਰਾਹੀਆਂ ਛਕ ਲਈਆਂ। ਬਾਕੀਆਂ ਹੀ ਸੜਤਾ। ਲਿਆਓ ਭਾਈ ਹੱਥ ਧਵਾਓ, ਹੱਥ ਤਕੜੇ ਕਰਾਓ। ਪਾਂਡਵ ਹੱਥ ਜੋੜੀ ਖੜੇ ਨੇ। ਦ੍ਰੋਪਦੀ ਉੱਚੇ ਦਰ 'ਤੇ ਬੈਠੀ, ਮਹਿਲਾਂ ਦੇ ਉੱਪਰ ਬੈਠੀ ਦੇਖਦੀ ਹੈ ਅਤੇ ਮਨ ਵਿੱਚ ਕਹਿ ਬੈਠੀ, ਆਹ ਛੋਟੀ ਜਾਤ ਦੀ ਰਹਿ ਗਿਆ, ਖਾਣਾ ਵੀ ਨਹੀਂ ਆਇਆ, ਬੋਲੋ ਸਤਿਨਾਮ। ਮਨ ਵਿੱਚ ਸ਼ੰਕਾ ਹੋ ਗਿਆ, ਬਸ ਛੋਟੇ ਰਹਿ ਗਿਆ ਨਾ, ਕਿਉਂਕਿ ਛਕਣ ਦਾ ਵੀ ਚੱਜ ਨਹੀਂ ਆਇਆ। ਬਸ ਉੱਥੇ ਫਿਰ ਸ਼ੰਕਾ ਹੋ ਗਿਆ ਮਨ ਵਿੱਚ। ਮਹਾਂਪੁਰਸ਼ ਬੜੇ ਪਿਆਰ ਨਾਲ ਕਹਿੰਦੇ ਕਿ ਜਿਹੜੀ ਵਸਤੂ ਨੂੰ ਕਰਦੇ ਹਾਂ, ਭਾਵੇਂ ਦਾਨ ਪੁੰਨ ਕਰਦੇ ਹਾਂ, ਭਾਵੇਂ ਭਜਨ ਕਰਦੇ ਹਾਂ, ਸਿਮਰਨ ਕਰਦੇ ਹਾਂ, ਕੋਈ ਸ਼ੰਕਾ ਹੋ ਜਾਵੇ ਫਿਰ ਉੱਥੇ ਉਹ ਕਾਰਜ ਪੂਰਾ ਨਹੀਂ ਹੁੰਦਾ। ਸੰਤ ਮਹਾਰਾਜ ਨੇ ਬੜੇ ਪਿਆਰ 'ਚ ਪੜ੍ਹਿਆ ਕਰਨਾ। ਉੱਥੇ ਫਿਰ ਸ਼ਰਧਾ ਤੋਂ ਹੀਣਾ ਹੋ ਜਾਂਦਾ ਪੁਰਸ਼, ਸ਼ਰਧਾ ਟੁੱਟ ਜਾਂਦੀ ਹੈ। ਸ਼ਰਧਾ ਟੁੱਟ ਜਾਂਦੀ ਹੈ ਮਨ ਵਿੱਚ ਜੇ ਸ਼ੰਕਾ ਹੋ ਜੇ। ਸ਼ਰਧਾ ਟੁੱਟ ਜਾਂਦੀ ਹੈ ਮਨ ਵਿੱਚ ਜੇ ਸ਼ੰਕਾ ਬਣ ਜੇ। ਸ਼ਰਧਾ ਟੁੱਟ ਜਾਂਦੀ ਹੈ ਜੇ ਸ਼ੰਕਾ ਹੋ ਜੇ। ਜਾਂਦੀ ਹੈ ਨਾ ਹੋ ਜੇ। ਸ਼ਰਧਾ ਟੁੱਟ ਜਾਂਦੀ ਹੈ ਮਨ ਵਿੱਚ ਜੇ ਸ਼ੰਕਾ ਹੋ ਜੇ। ਸ਼ਰਧਾ ਟੁੱਟ ਜਾਂਦੀ ਹੈ ਮਨ ਵਿੱਚ ਜੇ ਸ਼ੰਕਾ ਹੋ ਜੇ। ਸ਼ਰਧਾ ਟੁੱਟ ਜਾਂਦੀ ਹੈ ਜੇ ਸ਼ੰਕਾ ਹੋ ਜੇ। ਜਾਂਦੀ ਹੈ ਸ਼ੰਕਾ ਹੋ ਜੇ। ਹਾਂ, ਮਨ ਵਿੱਚ ਜੇ ਸ਼ੰਕਾ ਹੋ ਜਾਏ ਨਾ ਫਿਰ ਸ਼ਰਧਾ ਨਹੀਂ। ਹਾਲਾਂਕਿ ਦ੍ਰੋਪਦੀ ਦੀ ਸ਼ਰਧਾ ਤੋਂ ਖਾਲੀ ਰਹਿ ਗਈ, ਸ਼ੰਕਾ ਕਰ ਬੈਠੀ। ਸਾਰੇ ਸਾਧੂਆਂ ਨੂੰ ਦਾਨ ਪੁੰਨ ਕੀਤਾ, ਵਸਤਰਾਦ ਕਮਾਇਆ ਦੇ ਕੇ ਤੋੜ ਤੇ, ਪਰ ਉਧਰ ਨੂੰ ਤਹਾਂ ਨੂੰ ਝਾਕਦੇ ਨੇ ਵੀ ਕੋਈ ਸ਼ੰਖ ਵੱਜੇ, ਕੋਈ ਕੰਡਿਆਲ ਵੱਜੇ। ਪਰ ਨਹੀਂ, ਗੱਲ ਨਹੀਂ ਬਣੀ। ਸ਼ੰਖ ਕੰਡਿਆਲ ਵੱਜੇ ਨਹੀਂ ਹਨ। ਚਲੇ ਗਏ ਭਗਵਾਨ ਜੀ। ਜੱਗ ਕਰਿਆ ਨਾ ਕਰੇ ਹੀ ਹੋ ਗਿਆ। ਜਿਹੜੀ ਤੁਸੀਂ ਡਿਊਟੀ ਲਾਈ ਸੀ ਉਹ ਸਾਰੀ ਅਸੀਂ ਪੂਰੀ ਕਰੀ। ਪਦਾਰਥ ਬੜੇ ਵਧੀਆ ਬਣਾਏ,
ਸਾਧੂ ਵੀ ਸਾਰੇ, ਮਹਾਂਪੁਰਖ ਵੀ ਬੁਲਾਏ ਰੱਬ ਦੇ ਪਿਆਰੇ। ਭਗਵਾਨ ਕਹਿੰਦੇ ਵੀਰੇ ਇਹ ਤਾਂ ਹੋ ਨਹੀਂ ਸਕਦਾ, ਵੀ ਤਾਂ ਫਿਰ ਤੁਹਾਡੇ ਮਨ ਵਿੱਚ ਕੋਈ ਸ਼ੰਕਾ ਹੋ, ਤੁਹਾਡੇ 'ਚ ਕੋਈ ਸ਼ੰਕਾ ਵੱਧਦੀ ਹੈ ਕਿਸੇ ਮਹਾਂਪੁਰਸ਼ ਦੇ ਭੋਜਨ ਸਕਦੇ ਤੇ ਜਾਂ ਵਹਿੰਦੇ ਤੇ ਜਾਂ ਇੱਧਰ ਉੱਧਰ ਤੱਕਦੇ ਤੇ ਕਈ ਵਾਰ ਹੋ ਜਾਂਦਾ ਵੀ ਐਂ ਝਾਕੀ ਜਾਂਦਾ ਜੀ, ਇਹ ਡਿੱਗ ਕੇ ਕਿਉਂ ਨਹੀਂ ਬਹਿੰਦਾ ਜੀ, ਇਹ ਹੱਥ ਪੱਲੇ ਮਾਰੀ ਜਾਂਦਾ ਜੀ। ਇੱਦਾਂ ਦਾ ਸਾਡਾ ਬਹੁਤ ਖਿਆਲ ਹੈ। ਇੱਥੇ ਥਲੇਸਾਂ ਨਾ ਕਰੀਏ, ਕਦੀ ਅਖੰਡ ਪਾਠ ਕਰਿਆ ਕਿਸੇ ਦੇ, ਇੱਕ ਸਿੰਘ ਸਾਡਾ ਇੱਕ ਪਾਠੀ ਜ਼ਿਆਦਾ ਮਾੜ ਚੂਜਾ, ਉਹਨੂੰ ਪਤਾ ਨਹੀਂ ਠੰਡ ਲੱਗੇ ਵਿਚਾਰੇ ਨੂੰ, ਐਂ ਕੰਮਣ ਜੇ ਲੱਗ ਗਿਆ। ਸਾਡੇ ਸਿੰਘ ਆਪਣਾ ਪ੍ਰੇਮੀ ਆ, ਉਹ ਕਹਿੰਦਾ ਜੀ ਇਹ ਕੰਮੀ ਜਾਂਦਾ ਹੈ। ਮੈਂ ਕਿਹਾ ਫਿਰ ਉਹਨੇ ਰਜਾਈ ਲਿਆ ਕੇ ਦੇ ਦੇ ਭਾਈ, ਹੋਰ ਕੀ ਹੈ, ਰਜਾਈ ਲੈ ਕੇ ਬਹਿ ਜੂਗਾ। ਤੈਂ ਹੋਰ ਕੁਛ ਦੇਖੀ ਨਹੀਂ, ਨਾ ਬਾਣੀ ਸੁਣੀ, ਨਾ ਹੋਰ ਉਹਨੂੰ ਕੰਮ ਦੇ ਦੇਖਿਆ, ਬਸ ਵੀ ਕੰਮੀ ਜਾਂਦਾ। ਇੱਦਾਂ ਕਰਕੇ ਅਸੀਂ, ਕਿਉਂਕਿ ਉੱਥੇ ਸਾਡੀ ਨਿਗਾਹ ਲੱਗਦੀ ਹੈ ਜਿੱਥੇ ਔਗਣ ਹੈ, ਜੀਵ ਦੀ ਵੀ, ਜੀਵ 'ਚ ਵੀ ਔਗਣ ਹੈ। ਜਿੱਥੇ ਕੁਛ ਦੁਖਦਾ ਨਾ, ਦੰਦ ਦੁਖਦਾ, ਜਾੜ ਦੁਖਦੀ ਹੈ, ਜ਼ਖਮ ਹੋ ਜੇ, ਛਾਲਾ ਹੋ ਜੇ ਨੇ, ਉੱਥੇ ਜਾ ਕੇ ਲੱਗਣਾ। ਇੱਦਾਂ ਕਰਕੇ ਸਾਨੂੰ ਔਗਣ ਨਹੀਂ ਦੇਖਣਾ ਚਾਹੀਦਾ। ਅਤੇ ਗੁਰਮੁਖੋ ਇੱਦਾਂ ਹੁਣ ਪਾਂਡਵਾਂ ਨੂੰ ਕਹਿੰਦੇ ਵੀ ਤੁਹਾਡੇ 'ਚੋਂ ਕੋਈ ਸ਼ੰਕਾ ਵੱਧਦੀ ਹੈ, ਦੱਸੋ ਕੌਣ ਹੈ, ਕਿਹਨੇ ਸ਼ੰਕਾ ਕੀਤੀ? ਸਾਰੇ ਖੜ੍ਹੇ ਨੇ, ਭੀਮ ਖੜ੍ਹਾ ਹੈ, ਸਾਰੇ ਪਾਂਡਵ ਖੜ੍ਹੇ ਨੇ। ਪੰਜਾਂ ਦੇ ਨਾਂ ਹੁਣ ਲੈਣੇ ਬੜੇ ਸਮਾਂ ਜਿਹਾ ਲੱਗ ਜਾਂਦਾ ਹੈ। ਸਾਰੇ ਜਾਣਦੇ ਹੋ ਤੁਸੀਂ, ਤਾਂ ਮਹਾਭਾਰਤ ਲੰਘਣ ਨਹੀਂ ਦਿੰਦੇ, ਬੋਲੋ ਸਤਿਨਾਮ, ਕਿਉਂਕਿ ਸਾਰਿਆਂ ਦੀ ਯਾਦ ਹੈ। ਮੇਰੇ ਦੱਸਣ ਦਾ ਤਾਂ ਕੋਈ ਇੱਥੇ ਕੰਮ ਹੀ ਨਹੀਂ। ਦੀਵਾਨ ਭਾਵੇਂ ਨਾਗਾ ਪੈ ਜੇ, ਰਹਿ ਰਾਸਤੇ ਨਾਗਾ ਪੈ ਜੇ, ਤੜਕੇ ਉੱਠਣ 'ਤੇ ਨਾਗਾ ਪੈ ਜੇ, ਇਹ ਚੀਜ਼ਾਂ ਤਾਂ ਲੰਘਣ ਨਹੀਂ ਦਿੰਦੇ। ਨਾ ਮਹਾਭਾਰਤ, ਨਾ ਰਾਮਲੀਲਾ, ਨਾ ਕੋਈ ਸੀਰੀਅਲ, ਨਾ ਕੋਈ ਨਾਟਕ। ਇਹ ਤਾਂ ਸਾਡੇ ਟਾਈਮ ਰੱਖੇ ਹੋਏ ਨੇ, ਬੋਲੋ ਸਤਿਨਾਮ, ਕਿਉਂਕਿ ਇਹ ਲੰਘਣੇ ਨਹੀਂ ਚਾਹੀਦੇ। ਰੋਟੀ ਦਾ ਟਾਈਮ ਭਾਵੇਂ ਖੁੰਝ ਜੇ, ਚਲੋ ਚਾਹੀਦਾ ਵੀ ਇਹ ਜਾਣਕਾਰੀ ਮਿਲ ਜਾਏ ਚੀਜ਼ਾਂ 'ਚੋਂ, ਸਾਨੂੰ ਇਤਿਹਾਸ ਦਾ ਪਤਾ ਲੱਗਦਾ ਹੈ, ਦੇਖਣਾ ਵੀ ਚਾਹੀਦਾ। ਪਰ ਨਾਲ ਨਾਲ ਰੱਬ ਨੂੰ ਨਾ ਭੁੱਲਿਆ ਕਰੋ, ਬੰਦਗੀ ਕਰਨੀ ਜ਼ਰੂਰੀ ਚੇਤੇ ਰੱਖਣੀ ਹੈ ਕਿ ਇਹ ਚੀਜ਼ਾਂ ਨੇ ਜਿਹੜੀਆਂ ਨਾ, ਇਹ ਰੱਬ ਤੋਂ ਵਿਸਾਰ ਦਿੰਦੀਆਂ ਨੇ, ਰੱਬ ਤੋਂ ਪਰਾਂ ਕਰ ਦਿੰਦੀਆਂ ਨੇ। ਜੇ ਰੱਬ ਵਿਸਰ ਗਿਆ, ਫਿਰ ਮਹਾਰਾਜ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਕਹਿੰਦੇ ਫਿਰ ਪੱਕਾ ਰੋਗ ਲੱਗ ਜਾਂਦਾ ਹੈ। ਪੱਕਾ ਰੋਗ, ਪੱਕਾ ਰੋਗੀ ਤੋਂ ਭਾਵ ਕੀ ਹੈ? ਕੋੜ ਸਰੀਰ 'ਤੇ ਹੋ ਜਾਂਦਾ ਹੈ, ਬਿੱਲ ਲਾਉਂਦਾ ਹੈ, ਫਿਰ ਤੜਫਦਾ ਹੈ। ਕੋੜੀ ਦੇ ਸਰੀਰ 'ਤੇ ਮੱਖੀਆਂ ਬਹਿੰਦੀਆਂ ਨੇ, ਦੰਦੀਆਂ ਵੱਢਦੀਆਂ ਨੇ, ਫਿਰ ਹੱਥ ਵੀ ਝੜੇ ਹੁੰਦੇ ਨੇ, ਪੈਰ ਵੀ ਝੜ ਜਾਂਦੇ ਨੇ। ਫਿਰ ਉਹ ਵਿਚਾਰਾ ਤਹਾਂ ਮਾਰ ਮਾਰ ਕੇ ਰੋਂਦਾ ਹੈ, ਅਤੇ ਫਿਰ ਜਦੋਂ ਤਹਾਂ ਮਾਰਦਾ ਪ੍ਰੇਮੇ ਵਾਂਗ, ਫਿਰ ਪੁੱਛਦੇ ਨੇ ਮਾਪੇ ਕਿ ਪ੍ਰੇਮਿਆ ਤੈਨੂੰ ਕਿਹਾ ਸੀ ਨਾ ਪਹਿਲਾਂ ਵੀ ਨਾ ਨਿੰਦਿਆ ਕਰਿਆ ਕਰ, ਨਾ ਸ਼ਰਾਬਾਂ ਪੀਆ ਕਰ, ਹੁਣ ਨਾਲੇ ਰੋਣਾ ਹੈ ਨਾਲੇ ਤਹਾਂ ਮਾਰਨਾ ਹੈ। ਮਹਾਰਾਜ ਜੀ ਬੜੇ ਪਿਆਰ ਨਾਲ ਕਹਿੰਦੇ, ਨਾਲੇ ਰੋਵੇਂਗਾ ਤੇ ਰੋ ਰੋ ਤਹਾਂ ਮਾਰੇਂਗਾ, ਨਾਲੇ ਰੋਵੇਂਗਾ ਤੇ ਰੋ ਰੋ ਤਹਾਂ ਮਾਰੇਂਗਾ। ਨਾਲੇ ਰੋਵੇਂਗਾ ਤੇ ਰੋ ਰੋ ਤਹਾਂ ਮਾਰੇਂਗਾ, ਨਾਲ ਰੋਵੇਂਗਾ ਤੇ ਰੋ ਰੋ ਤਹਾਂ ਮਾਰੇਂਗਾ। ਰੋਵੇਂਗਾ ਤੇ ਰੋ ਰੋ ਤਹਾਂ ਮਾਰੇਂਗਾ, ਰੋ ਰੋ ਤਹਾਂ ਮਾਰੇਂਗਾ। ਕੋਈ ਵੀ ਵਾਧਾ ਨਾ ਰਹੇ ਬੋਲਣ ਤੋਂ, ਸਾਰੀਆਂ ਭੈਣਾਂ ਬੋਲਿਆ। ਫਿਰ ਪਛਤਾਵੇਂਗਾ ਮਨਾ ਪਿਆਰੇ ਜੀ,
ਫਿਰ ਪਛਤਾਵੇਂਗਾ ਮਨਾ ਛਤਾਵੇਂਗਾ ਮਨਾ ਰੇ ਜੀ ਤਾਵੇਂਗਾ ਮਨਾ ਰੇ ਜੀ ਨਾਲੇ ਰੋਵੇਂਗਾ ਕੇ ਰੋ ਰੋ ਸਮਾਂ ਮਾਰੇਗਾ ਨਾਲੇ ਰੋਵੇਂਗਾ ਕੇ ਰੋ ਰੋ ਸਮਾਂ ਮਾਰੇਗਾ ਰੋਵੇਂਗਾ ਤੇ ਰੋ ਰੋ ਤਾਂ ਮਾਰੇਗਾ ਰੋ ਰੋ ਤਾਂ ਮਾਰੇਗਾ ਫਿਰ ਪਛਤਾਵੇਂਗਾ ਮਨਾ ਫਿਰ ਪਛਤਾਵੇਂਗਾ ਵੀ ਫਿਰ ਕਿਸੇ ਨੇ ਤੇਰਾ ਇਲਾਜ ਨਹੀਂ ਕਰਨਾ ਹੱਲ ਨਹੀਂ ਕਰਨਾ ਕਿਸੇ ਨੇ ਪਹਿਲਾਂ ਹੀ ਆਪਣੀ ਵਸਤੂ ਨੂੰ ਸੰਭਾਲ ਕੇ ਰੱਖਿਆ ਕਰ ਜੀਵਨ ਨੂੰ ਸੰਭਾਲਣ ਦੀ ਲੋੜ ਹੈ ਵਿਸ਼ਾ ਨਹੀਂ ਮੇਰਾ ਹੁਣ ਇੱਧਰ ਨੂੰ ਜਾਣ ਦਾ ਕਿਉਂਕਿ ਕੱਲ੍ਹ ਦੇ ਦੀਵਾਨ ਵਿੱਚ ਪ੍ਰੇਮਾ ਤੁਹਾਨੂੰ ਸੁਣਾਵਾਂਗੇ ਜੀਵਨ ਸਾਰੇ ਹੀ ਅੱਜ ਪਾਂਡਵਾਂ ਦੇ ਜੀਵਨ ਤੇ ਚਲੋ ਵਿਸ਼ਾ ਚੱਲ ਪਿਆ ਆਪਣਾ ਸਾਰੇ ਪੁੱਛਦੇ ਨੇ ਵੀ ਹਾਂ ਵੀ ਤੈਂ ਤਾਂ ਨਹੀਂ ਸ਼ੰਕਾ ਕੀਤਾ ਉਹ ਕਹਿੰਦਾ ਤੂੰ ਵੱਡੇ ਨੂੰ ਛੋਟੇ ਨੂੰ ਉਦੋਂ ਛੋਟੇ ਨੂੰ ਫਿਰ ਉਦੋਂ ਛੋਟੇ ਨੂੰ ਕਹਿੰਦੇ ਵੀ ਇਸ ਤਾਂ ਹੱਥ ਬੰਨੀ ਖੜੇ ਤੇ ਸਾਰਿਆਂ ਦੀ ਸਰਦਾ ਬਣੀ ਖੜੀ ਸੀ ਵੀ ਜਗ ਸੰਪੂਰਨ ਹੋਣਾ ਚਾਹੀਦਾ ਮਹਾਰਾਜ ਆਪ ਹੀ ਕਹਿੰਦੇ ਭਗਵਾਨ ਜੀ ਕਹਿੰਦੇ ਆਪਣੀ ਪਟਰਾਣੀ ਨੂੰ ਵੀ ਪੁੱਛ ਲਓ ਆਪ ਹੀ ਕਹੀ ਜਾਂਦੇ ਹੋ ਇੱਧਰ ਉੱਧਰ ਹੋਈ ਜਾਂਦੇ ਹੋ ਤੁਹਾਡੀ ਪਟਰਾਣੀ ਤੋਂ ਹੋ ਗਈ ਹੋਣੀ ਉਹਨੂੰ ਪੁੱਛ ਲਓ ਉਹ ਜ਼ਿਆਦਾ ਨਖਰੇ ਜੇ ਕਰਦੀ ਹੈ ਬੋਲੋ ਸਤਨਾਮ ਉਹਨੇ ਕਰਿਆ ਹੋਣਾ ਕੋਈ ਨਾ ਕੋਈ ਸ਼ੰਕਾ ਕਹਿੰਦੇ ਬੁਲਾਓ ਦ੍ਰੋਪਦੀ ਨੂੰ ਆਪ ਹੀ ਆ ਗਈ ਹੱਥ ਮੰਨ ਕੇ ਕਹਿੰਦੀ ਮਹਾਰਾਜ ਮਾਰੋ ਭਾਵੇਂ ਛੱਡੋ ਮੇਰੇ ਤੋਂ ਹੀ ਹੋ ਗਈ ਸ਼ੰਕਾ ਮੈਂ ਕਹਿ ਬੈਠੀ ਕਿ ਤਾਂ ਛੋਟੀ ਜਾਤ ਦਾ ਛੋਟੀ ਰਿਹਾ ਬਸ ਖਾਣਾ ਵੀ ਨਹੀਂ ਆਇਆ ਕਹਿੰਦੇ ਬਸ ਫਿਰ ਹੁਣ ਕਹਿੰਦੇ ਫਿਰ ਦੁਬਾਰੇ ਰਚਨਾ ਕਰੋ ਹੁਣ ਦੁਬਾਰੇ ਜੱਗ ਕਰੋ ਭੰਡਾਰਾ ਕਹਿੰਦੇ ਮਹਾਰਾਜ ਬੜਾ ਖਰਚਾ ਕਰ ਚੁੱਕੇ ਹਾਂ ਪਹਿਲਾਂ ਹੀ ਕਹਿੰਦੇ ਕੋਈ ਨਹੀਂ ਹੋਰ ਹੋ ਜਾਵੇਗਾ ਪਰ ਜੱਗ ਸੰਪੂਰਨ ਤਾਂ ਹੋਣਾ ਚਾਹੀਦਾ ਦ੍ਰੋਪਦੀ ਸਾਵਧਾਨੀ ਰੱਖਣੀ ਹੈ ਹੁਣ ਕੋਈ ਸ਼ੰਕਾ ਨਾ ਹੋ ਜੇ ਮਨ 'ਚ ਕਹਿੰਦੇ ਮਹਾਰਾਜ ਫਿਰ ਹੁਣ ਬੜੀ ਬੜੀ ਦੂਰ ਜਾ ਕੇ ਸਾਧੂਆਂ ਨੂੰ ਬੇਨਤੀਆਂ ਕੀਤੀਆਂ ਹੁਣ ਦੁਬਾਰੇ ਜਾਣਾ ਪੈਣਾ ਕਹਿੰਦੇ ਹਾਂ ਦੁਬਾਰੇ ਜਾਣਾ ਪੈਣਾ ਸਭ ਦੀਆਂ ਡਿਊਟੀਆਂ ਲੱਗ ਗਈਆਂ ਕਹਿੰਦੇ ਵਾਲਮੀਕ ਜੀ ਕੋਲੇ ਕੌਣ ਜਾਵੇਗਾ ਦ੍ਰੋਪਦੀ ਨੂੰ ਕਿਹਾ ਕਹਿੰਦੇ ਲੈ ਦ੍ਰੋਪਦੀ ਹੁਣ ਤੈਨੂੰ ਹੀ ਇਹ ਕੰਡੇ ਬੀਜੇ ਨੇ ਤੈਨੂੰ ਚੁਗਣੇ ਪੈਣੇ ਨੇ ਹੁਣ ਜਾ ਫਿਰ ਤੂੰ ਹੀ ਵਾਲਮੀਕ ਦੀ ਕੁਟੀਆ ਬਾਹਰ ਹੈ ਕਾਫੀ ਦੂਰ ਮੀਲਾਂ 'ਤੇ ਰਹਿੰਦੇ ਨੇ ਜੰਗਲ 'ਚ ਉੱਥੇ ਜਾ ਕੇ ਹੁਣ ਤੂੰ ਹੀ ਬੇਨਤੀਆਂ ਕਰ ਤੂੰ ਹੀ ਸ਼ੰਕਾ ਕਰੀ ਸੀ ਤੂੰ ਹੀ ਹੁਣ ਆਪਣਾ ਜਿਹੜਾ ਸਜ਼ਾ ਭੁਗਤ ਉਹ ਕਹਿਣ ਲੱਗੀ ਹਾਂ ਬਿਲਕੁਲ ਮੈਂ ਜਾਵਾਂਗੀ ਮੈਨੂੰ ਕੋਈ ਡਰ ਨਹੀਂ ਹੈ ਮੈਂ ਜਾ ਕੇ ਬੇਨਤੀਆਂ ਕਰਾਂਗੀ ਗਈ ਜੰਗਲ ਦਾ ਰਸਤਾ ਹੈ ਤੁਰੀ ਗਈ ਕੁਟੀਆ ਸਾਹਮਣੇ ਮਹਾਂਪੁਰਖਾਂ ਦਾ ਤਕੀਆ ਫਕੀਰਾਂ ਦਾ ਆਸਣ ਚਲੇ ਗਈ ਮਹਾਰਾਜ ਜੀ ਬੈਠੇ ਆਓ ਬੇਟੀ ਕਿੱਦਾਂ ਆਏ ਕਹਿੰਦੀ ਮਹਾਰਾਜ ਮੈਂ ਪਾਂਡਵਾਂ ਦੀ ਰਾਣੀ ਆ ਪਟਰਾਣੀ ਕਿ ਸਮੇਤ ਜੱਗ ਕਰਨਾ ਜੱਗ ਕਰਨਾ ਆਪ ਜੀ ਨੂੰ ਨਿਮਰਤਨ ਸੱਦਾ ਸੁਨੇਹਾ ਦੇਣ ਆਈਆਂ ਕਿ ਆਪ ਅਗਵਾਹੀ ਕਰੋ ਜੱਗ ਵਿੱਚ ਹਾਜ਼ਰੀ ਭਰੋ ਮਹਾਂਪੁਰਸ਼ ਵੀ ਜਾਣੀ ਜਾਣ ਸੀ ਕਿ ਬੇਟਾ ਪਹਿਲਾਂ ਸਾਨੂੰ 101 ਜੱਗ ਦਾ ਫਲ ਦਿਓ 101 ਜੱਗ ਦਾ ਫਲ ਚਾਹੀਦਾ ਫਿਰ ਅਸੀਂ ਜਾ ਸਕਦੇ ਹਾਂ ਹੁਣ ਜੱਗ ਦਾ ਇੱਕ ਵੀ ਸੰਪੂਰਨ ਨਹੀਂ ਹੋਇਆ ਇੱਕ ਕੀਤਾ ਜੋ ਵੀ ਸ਼ੰਕਾ ਹੋ ਗਿਆ ਦੁਬਿਧਾ 'ਚ ਪੈ ਗਈ ਵੀ ਹੁਣ ਕੀ ਜਵਾਬ ਦੇਵਾਂ ਪਰ ਫਿਰ ਵੀ ਸਿਆਣੀ ਸੀ ਕਹਿਣ ਲੱਗੀ ਮਹਾਰਾਜ
ਸਿਆਣਿਆਂ ਤੋਂ ਸੁਣਿਆ, ਵਿਦਵਾਨਾਂ ਤੋਂ ਸੁਣਿਆ ਕਿ ਸਾਧੂ ਦੇ ਦੁਆਰੇ ਤੇ ਸਾਧੂ ਦੀ ਸੰਗਤ ਦੇ ਵਿੱਚ ਆਉਣ ਦਾ ਇੱਕ ਕਦਮ ਦਾ ਇੱਕ ਜੱਗ ਦਾ ਫਲ ਸੁਣਿਆ। ਬੋਲੋ ਸਤਨਾਮ। ਇੱਕ ਕਦਮ ਵੀ ਜੇ ਸਾਧੂ ਵੱਲ ਤੁਰ ਕੇ ਜਾਈਏ ਨਾ, ਕੋਈ ਆਪਾਂ ਹੁਣ ਆਇਆ ਨਾ ਇੱਕ ਇੱਕ ਕਦਮ ਦਾ, ਮਹਾਰਾਜ ਨੇ ਤਾਂ 101 ਜੱਗ ਹੀ ਕਹਿ ਦਿੱਤਾ ਕਿ 101 ਜੱਗ ਦਾ ਹੀ ਮਹਾਤਮ ਹੈ। ਦੇਖੋ ਹੁਣ ਤੁਸੀਂ, ਕਈ ਵਿਚਾਰੇ ਜੱਗ ਕਰਨ ਯੋਗੇ ਨੇ, ਕਈ ਨਹੀਂ ਵੀ ਕਰ ਸਕਦੇ, ਪਰ ਉਹਨਾਂ ਨੂੰ ਮਹਾਰਾਜ ਨੇ ਇੱਕ ਬਰਾਬਰ ਕਰਤਾ ਕਿ ਭਾਈ ਤੁਸੀਂ ਇੱਕ ਇੱਕ ਕਦਮ ਚੱਲ ਕੇ ਆਓਗੇ, ਇੱਕ ਇੱਕ ਕਰਮ ਗੁਰੂ ਘਰ ਨੂੰ, ਮਹਾਂਪੁਰਖਾਂ ਦੇ ਸਥਾਨ ਨੂੰ ਪਟੋਗੇ ਕਿ ਸਾਨੂੰ ਇੱਕ ਇੱਕ ਕਦਮ ਦੇ 101 ਜੱਗ ਦਾ ਫਲ ਮਿਲ ਜਾਣਾ। ਚੌਗਣਾ ਹੀ ਫਲ ਦੇਤਾ, ਮਹਾਤਮ ਦੇਤਾ, ਕਿਉਂਕਿ 100 ਗੁਣਾ ਦੁੱਗਣਾ ਤਿੱਗਣਾ ਫਲ ਹੈ ਸੰਗਤ ਦਾ। ਪਰ ਦ੍ਰੋਪਦੀ ਕਹਿਣ ਲੱਗੀ, ਮਹਾਰਾਜ ਜੀ ਸਾਧੂ ਕੋਲੇ ਆਈਏ ਨਾ, ਮਹਾਤਮਾ ਕੋਲੇ ਆਈਏ, ਇੱਕ ਕਦਮ ਦੇ ਵੀ ਪੁੰਨ ਦਾ, ਇੱਕ ਕਦਮ ਦਾ ਵੀ ਪੁੰਨ ਮਿਲਦਾ, ਫਲ ਮਿਲਦਾ ਹੈ। ਮਹਾਰਾਜ ਮੇਰੇ ਮਹਿਲਾਂ ਤੋਂ, ਮੇਰੇ ਸਥਾਨ ਤੋਂ ਗਿਣ ਲਓ ਹੁਣ ਕਿੰਨੀਆਂ ਕੁ ਮੇਰੀਆਂ ਕਦਮਾਂ ਹੋ ਗਈਆਂ ਹੋਣਗੀਆਂ। ਜਿੰਨਾ ਕੁ ਤੁਹਾਡਾ ਹਿਸਾਬ ਕਿਤਾਬ ਹੈ ਰੱਖ ਲਓ, ਬਾਕੀ ਮੇਰਾ ਮੋੜ ਦਿਓ। ਬੋਲੋ ਸਤਨਾਮ। ਉੱਥੇ ਬਾਲਮੀਕ ਨੂੰ ਵੀ ਚੁੱਪ ਕਰਨਾ ਪੈ ਗਿਆ। ਹੁਣ ਹੈ ਵੀ ਨਹੀਂ ਕਹਾਂ ਇਦੋਂ ਵੱਡਾ ਕੰਮ, ਹੁਣ ਇਦੋਂ ਵੱਡਾ ਸਵਾਲ ਦਾ ਜਵਾਬ ਦੇਣਾ ਵੀ, ਕਿਉਂਕਿ ਸਮਰੱਥਾ ਸੀ, ਪੜ੍ਹੀ ਲਿਖੀ ਸੀ, ਚੰਗੇ ਘਰਾਣੇ ਦੀ ਲੜਕੀ ਸੀ, ਉਹਨੇ ਤਾਂ ਚੰਗਾ ਜਵਾਬ ਦਿੱਤਾ। ਹੁਣ ਅਸੀਂ ਤਾਂ ਪਤਾ ਨਹੀਂ ਕੀ ਕਰਨ ਲੱਗ ਜੀ, ਸਾਨੂੰ ਕਹਦੇ ਕੋਈ ਸਾਧੂ ਮਹਾਤਮਾ, ਪਤਾ ਨਹੀਂ ਅਸੀਂ ਕੀ ਜਵਾਬ ਦੇਵਾਂਗੇ। ਹੈ ਨਹੀਂ, ਸਾਨੂੰ ਤਾਂ ਸਮਰੱਥੇ ਨਹੀਂ ਹੈ, ਸਾਡੇ ਕੋਲ ਤਾਂ ਸਾਂਕੇ ਕਰਨ ਲੱਗ ਜਾਣਗੇ। ਹੁਣ ਇਹ ਚੀਜ਼ਾਂ ਨੂੰ ਕਿਹੜਾ ਮੰਨਿਆ ਜਾਂਦਾ ਜੀ, ਇਹ ਕਿਵੇਂ ਹੋ ਸਕਦਾ ਜੀ, ਇਹ ਇੱਦਾਂ ਕਿਵੇਂ ਹੋ ਗਿਆ, ਫਲਾਣਾ ਕਿਵੇਂ ਹੋ ਗਿਆ। ਹੁਣ ਤਾਂ ਹਰ ਜਗ੍ਹਾ 'ਤੇ ਤਰਕ ਖੜੀਏ, ਸਾਂਕੇ ਖੜੇ ਨੇ। ਗੁਰਮੁਖੋ ਆ ਸਾਡੇ ਜਿਹੜੇ ਮੰਦੇ ਹਾਲ ਨੇ ਹੋ ਵੀ ਤਾਂ ਹੀ ਹੋ ਰਹੇ ਨੇ। ਆ ਸਾਡੀ ਇੱਥੇ ਤੱਕ ਨੌਬਤ ਆ ਗਈ ਨਾ, ਜਿਹੜੀ ਸਾਨੂੰ ਰਾਜਿਆਂ ਤੋਂ ਭਿਖਾਰੀ ਬਣਾਇਆ ਪਿਆ। ਸੜਕਾਂ 'ਤੇ ਉਤਰਨ ਦੇ ਮੁਤਾਜ ਕਿਉਂ ਬਣ ਗਏ? ਇਹ ਸਾਰੇ ਕਾਰਨ ਰੱਬ ਤੋਂ ਦੂਰ ਹੋਣ ਦਾ, ਪਰਮੇਸ਼ਰ ਤੋਂ ਦੂਰ ਹੋ ਗਏ, ਤਾਂ ਕਰਕੇ ਉਹਨਾਂ ਅਸੀਂ ਝੰਡੇ ਚੱਕੀ ਫਿਰਦੇ ਹਾਂ। ਕੋਈ ਕਿਸੇ ਮੰਗ ਨੂੰ ਮੰਗੀ ਜਾਂਦਾ। ਜੇ ਅਸੀਂ ਰੱਬ ਨਾਲ ਜੁੜੇ ਰਹਿੰਦੇ, ਮਾਲਕ ਨਾਲ ਜੁੜੇ ਰਹਿੰਦੇ, ਆ ਨੌਬਤ ਨਹੀਂ ਸੀ ਸਾਡੇ ਆਉਂਦੀ। ਰੱਬ ਨਾਲ ਸਾਨੂੰ ਜੁੜਨਾ ਪੈਣਾ ਹੈ, ਰੱਬ ਨਾਲ ਹੀ ਜੁੜ ਕੇ ਸਾਡੀ ਗੱਲ ਬਣਨੀ ਹੈ। ਹਾਂ ਕਹਿੰਦੇ ਫਿਰ ਪਾਂਡਵ ਦੀ ਪਟਰਾਣੀ ਨੇ ਫਿਰ ਵਾਲਮੀਕ ਨੂੰ ਬੇਨਤੀ ਕਰਕੇ ਦੁਬਾਰਾ ਲਿਆਂਦਾ। ਦੁਬਾਰੇ ਫੇਰ ਭੰਡਾਰੇ 'ਚ ਗਵਾਹੀ ਕਰਦੇ ਨੇ, ਸਮੂਲੀਅਤ ਕਰਦੇ ਨੇ, ਪੰਗਤ ਵਿੱਚ ਬੈਠੇ ਪਦਾਰਥ ਵਰਤਿਆ, ਚੂੜਾ ਆਦਿਕ ਪੜ੍ਹਿਆ ਗਿਆ। ਕਿਉਂਕਿ ਅਸੀਂ ਸਾਰੇ ਪੜ੍ਹਦੇ ਹਾਂ ਪੰਗਤਾਂ ਵਿੱਚ। ਆਮ ਕ੍ਰੋਧ ਲੋਭ ਮੋਹ ਬਿਨ ਸਜਾਇਆ ਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਸਾਰੇ ਪੜ੍ਹਦੇ ਆ। ਨਾਨਕ ਭੂਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ, ਜਿਨੀ ਗੁਰੂ ਮਨਾਇਆ ਰਸ ਸਹੀ ਖਾਈ। ਅਸੀਂ ਪੜ੍ਹਦੇ ਹਾਂ ਨਾ ਘਰਾਂ 'ਚ, ਬਹੁਤ ਬੀਬੀਆਂ ਵੀ ਪੜ੍ਹਦੀਆਂ ਨੇ, ਬਹੁਤ ਗੁਰਸਿੱਖ ਵੀ ਪੜ੍ਹਦੇ ਨੇ, ਜਿਹੜੇ ਸ਼ੁਕਰ ਕਰਦੇ ਨੇ, ਮਹਾਰਾਜ ਤੇਰਾ 2 ਵੇਲੇ ਦਾ ਸ਼ੁਕਰ ਹੈ, ਤੇਰੀ ਦਾਤ ਵਿੱਚੋਂ ਭੋਜਨ ਸਕਦੇ ਹਾਂ, ਪਹਿਲਾਂ ਇਹਦੇ ਵਿੱਚੋਂ ਆਪ ਕਿਣਕਾ ਸਕੋ ਭੋਗ ਲਾਓ, ਫਿਰ ਸਾਨੂੰ ਆਗਿਆ ਬਖਸ਼ੋ। ਅਸੀਂ ਕਹਿੰਦੇ ਹਾਂ ਹੁਣ, ਵੈਸੇ ਤਾਂ ਬਹੁਤ ਘੱਟ ਕਹਿੰਦੇ ਹੁਣ ਕੇ ਬੋਲੋ ਸਤਨਾਮ। ਅਸੀਂ ਤਾਂ ਕਹਿੰਦੇ ਵੀ ਮਹਾਰਾਜ ਤੂੰ ਲੱਗਦਾ ਕੀ ਹੈ ਸਾਡਾ, ਸਾਡੀ ਜ਼ਮੀਨ, ਸਾਡੀ ਕਣਕ, ਅਸੀਂ ਬੀਜਣ ਵਾਲੇ, ਅਸੀਂ ਵੱਢਣ ਵਾਲੇ, ਤੂੰ ਇੱਥੇ ਕੀ ਲੱਗਦਾ? ਜੇ ਕਿਸੇ ਮਹਾਤਮਾ ਨੂੰ, ਕਿਸੇ ਸਾਧੂ ਨੂੰ ਗੁਰਮੁਖੋ ਰੱਬ ਦੇ ਪਿਆਰੇ ਨੂੰ ਬੋਰੀ ਦੇਣ ਲੱਗਿਆ ਕਹੀ ਜਾਂਦੇ ਕਿਹੜੇ 'ਤੇ ਬੀਜ ਕੇ ਗਿਆ ਸੀ, ਆ ਗਿਆ ਲੈਣ ਇੱਥੇ। ਨਹੀਂ ਨਹੀਂ, ਇਹ ਸਾਰੀ ਕਿਰਪਾ ਸਾਧੂਆਂ ਦੀ ਹੈ, ਮਹਾਂਪੁਰਸ਼ਾਂ ਦੀ ਹੈ, ਗੁਰੂ ਘਰਾਂ ਦੀ ਹੈ, ਜਿੰਨਾ ਸਾਡਾ ਇੱਥੇ ਪਦੈਸ਼ ਹੋ ਰਹੀ ਹੈ, ਜਿੰਨਾ ਅਸੀਂ ਫਲ ਭੋਗ ਰਹੇ ਹਾਂ, ਇਹ ਸਾਰੇ ਸੇਵਾ ਦਾ ਫਲ ਹੈ। ਗੁਰਮੁਖੋ ਸਾਨੂੰ ਸੇਵਾ ਕਰਨੀ ਚਾਹੀਦੀ ਹੈ, ਕਿਉਂਕਿ ਮਹਾਂਪੁਰਖਾਂ ਨੇ ਇਹ ਸੇਵਾ ਦਾ ਬੜਾ ਮਹਾਤਮ ਲਿਖਿਆ ਹੈ। ਕਰਕੇ ਕੋਈ ਦੇਖ ਲੋ ਸੇਵਾ ਨੂੰ ਲੱਗਦਾ ਮੇਵਾ, ਕਰਕੇ ਕੋਈ ਦੇਖ ਲੋ
ਸੇਵਾ ਨੂੰ ਲੱਗਦੇ ਮੇਵਾ। ਕੋਈ ਦੇਖ ਲੋ ਲੱਗਦਾ ਮੇਵਾ, ਕੋਈ ਦੇਖ ਲੋ ਲੱਗਦਾ ਮੇਵਾ। ਹਾਂ ਕਰਕੇ ਕੋਈ ਵੇਖ ਲੋ ਸੇਵਾ ਨੂੰ ਲੱਗਦਾ ਮੇਵਾ। ਕਰਕੇ ਕੋਈ ਦੇਖ ਲੋ ਸੇਵਾ ਨੂੰ ਲੱਗਦਾ ਮੇਵਾ। ਕਰਕੇ ਕੋਈ ਦੇਖ ਲੋ ਲੱਗਦਾ ਮੇਵਾ, ਦੇਖ ਲੋ ਲੱਗਦਾ ਮੇਵਾ। ਹਾਂ ਸੇਵਾ ਨੂੰ ਲੱਗਦਾ ਮੇਵਾ, ਸੇਵਾ ਨੂੰ ਲੱਗਦਾ, ਸੇਵਾ ਨੂੰ ਲੱਗਦਾ, ਸੇਵਾ ਨੂੰ ਲੱਗਦਾ ਮੇਵਾ। ਸੇਵਾ ਨੂੰ ਲੱਗਦਾ ਮੇਵਾ, ਲੱਗਦਾ ਮੇਵਾ, ਲੱਗਦਾ ਮੇਵਾ, ਲੱਗਦਾ ਮੇਵਾ। ਹਾਂ ਕਰਕੇ ਕੋਈ ਦੇਖ ਲੋ ਸੇਵਾ ਨੂੰ ਲੱਗਦਾ ਮੇਵਾ। ਕਰਕੇ ਕੋਈ ਦੇਖ ਲੋ ਸੇਵਾ ਨੂੰ ਲੱਗਦਾ ਮੇਵਾ। ਲੱਗਦਾ ਮੇਵਾ, ਦੇਖ ਲੋ ਲੱਗਦਾ ਮੇਵਾ। ਸੇਵਾ ਨੂੰ ਲੱਗਦਾ हाँ कबीर सेवा को दोए भले, एक संत एक राम, राम जो दाता मुक्त को संत जपावे नाम। जदों ऐ निर्मल हो के सेवा की ना, सारे आए झोलियां ली खड़े ने, नेत्र बंद ने विच द्रौपदी दे पांडवां दे। फिर जग संपूर्ण होया, अरदास होने की देर सी, नाल दी नाल संख घड़ियालां खड़कियां, बोलो सतनाम वाहिगुरू। जग संपन्नता हुई। अज आ देखो अपने जग महाराज कृपा कर रहे ने, जग संपूर्ण हो रहे ने सारे। अपने उत्थे स्थान ते 25 तरीक नूं समाप्ति सी जदों जाप दी। सवेरे 3 बजे इंद्र ने फुल सिੱਟੇ, मींह पिया, बोलो सतनाम। संगत कहन लगी आ देखो जी कोई दीवान कैसी, क्योंकि इत्थे तो हुण आपां बड़ा पड़दे च बैठे हाँ, बड़े स्टॉक है बिल्डिंगां ने, उत्थे बड़ा डर सी जे भी थोड़ा जिहा भी आ गया आपां नूं सारा टिकाणे चकना पै जाना है। महाराज किरपे रखियो, नाले बरखा हुई ते नाले बचा कीता। इत्थे गुरमुखो रब दियां निशानियां ने कि रब आप पहरा दे के अपने सेवकों के कारज कराउंदा है। इस तरह करके इत्थे भी महापुरख आप सहाई हो रहे ने, आप पहरा दे रहे ने। महसूस करना सानू जरूरी है। बहुत बड़े कारज ऐगती तो महाराज ने रंग लाते। आ बरसियां की रौनक जिहड़ी, इन्ना समागम बहुत ही बड़ा बेअंत भंडारा सानू बख्शिया, ते इस भंडारे विच पूरा पूरा लाहा लेंदे जाओ, लै रहे हो। दुगनी गिनती वध रही है। संगत का रस सच्चे पातशाह कृपा करे ने दूण सवाया बन रहा है। रहते दिनों तो आप सारे, क्योंकि दिन च भावें घंटा आराम कर लिया करो, कोई गल नहीं। वैसे हुण इन्ने काम भी नहीं हैं, कोई किसी को थोड़े काम होंदा है। अगे माइयां नूं तां काम बाहले हुंदे सी, क्योंकि चुल्हे का, चौंके का, खेत बन्ने का प्रसादा पानी दे के आना, पका के लैके जाना, कग कुख वढ लियाने। हुण तां बड़ा ही संखेप काम जिहा हो गया, क्योंकि कल्ला प्रसादा भी
ਉਹ ਵੀ ਹੁਣ 2-2 ਬੀਬੀਆਂ ਘਰਾਂ ਵਿੱਚ ਨੇ, ਤਕਰੀਬਨ ਸੁੱਖ ਨਾਲ ਆਪਣਾ ਕੰਮ ਵੰਡ ਕੇ ਕਰ ਲੈਂਦੀਆਂ ਨੇ। ਔਰ ਇੱਦਾਂ ਹੀ ਇੱਕ ਦਿਨ ਵੰਡ ਕੇ ਸੰਗਤ ਕਰ ਲਿਆ ਕਰੋ। ਆਪਾਂ ਸਾਰੇ ਹੀ ਇੱਕ ਦਿਨ ਵੰਡ ਕੇ ਇੱਕ ਰਹਿ ਗਿਆ ਇੱਕ ਆ ਗਿਆ, ਇੱਕ ਰਹਿ ਗਿਆ ਇੱਕ ਆ ਗਿਆ, ਇੱਦਾਂ ਸੰਗਤ ਕਰ ਲਿਆ ਕਰੋ। ਕਿਉਂਕਿ ਸਤਿਗੁਰੂ ਕਿਰਪਾ ਕਰ ਰਹੇ ਨੇ। ਸੰਗਤ ਕਾ ਗੁਣ ਬਹੁਤ ਦਿਖਾਈ, ਪੜ ਸੂਆ ਗਣਕ ਉਧਾਰੇ। ਸੂਏ ਤੋਂ ਭਾਵ ਤੋਤਾ ਲੈ ਕੇ ਗਣਕਾਂ ਨੇ ਆਪਣੇ ਜੀਵਨ ਦਾ ਕਲਿਆਣ ਕਰਵਾਇਆ। ਇੱਦਾਂ ਕਰਕੇ ਸਾਧ ਸੰਗਤ ਜੀ ਸਾਡੇ ਵੀ ਜਿਹੜੇ ਜੀਵਨ ਨੇ ਨਾ, ਕਿੰਨੇ ਭਾਵੇਂ ਮਾੜੇ ਤੋਂ ਮਾੜੇ ਨੇ, ਸਭ ਮਹਾਰਾਜ ਜੀ ਨੇ ਚੰਗੇ ਬਣਾ ਦੇਣੇ ਨੇ, ਸੁਹਾਵਣੇ ਬਣਾ ਦੇਣੇ ਨੇ। ਆਓ ਭੁੱਲਾਂ ਚੁੱਕਾਂ ਦੀ ਖਿਮਾ ਹੁਣ ਇੱਥੇ ਸਮਾਪਤੀ ਆਪਣੀ, ਕਿਉਂਕਿ ਸਤਿਗੁਰੂ ਕਿਰਪਾ ਕਰਨ, ਰਹਿਮਤਾਂ ਕਰਨ। ਅੱਜ ਦੇ ਸਤਿਗੁਰੂ ਦਿਨ ਵਿੱਚ ਭੰਡਾਰਾ ਜੋ ਸਾਡੇ ਬੜੇ ਪਿਆਰ ਵਿੱਚ ਭਗਵਾਨ ਸਿੰਘ ਜੀ ਬੈਠੇ ਹਨ, ਨੰਬਰਦਾਰ ਜੀ ਦਾ ਪਰਿਵਾਰ, ਕਿਉਂਕਿ ਇੱਥੋਂ ਦੇ ਪ੍ਰਬੰਧਕ ਸੇਵਾਦਾਰ ਵੀ ਨੇ। ਮਹਾਂਪੁਰਖਾਂ ਦੀ ਬੜੀ ਕਿਰਪਾ ਹੈ। ਸਾਡੀ ਭੈਣ ਹਸਨਪੁਰ ਤੋਂ, ਕਿਉਂਕਿ ਉਹਨਾਂ ਦੀ ਵੀ ਬੜੀ ਸ਼ਰਧਾ ਹੈ ਮਹਾਂਪੁਰਖਾਂ ਦੇ ਸਥਾਨ 'ਤੇ। ਉਹਨਾਂ ਵੱਲੋਂ ਅੱਜ ਦੇ ਲੰਗਰ ਦੀ ਸੇਵਾ ਦੇਖੋ ਕਿੱਡੀ ਦੂਰੋਂ ਸਤਿਗੁਰੂ ਕਿਰਪਾ ਕਰ ਰਹੇ ਨੇ, ਕਿਉਂਕਿ ਜਿਨ੍ਹਾਂ ਦੀ ਸ਼ਰਧਾ ਹੈ, ਭਾਵਨਾ ਹੈ, ਉਹ ਲਾਹਾ ਲੈ ਰਹੇ ਨੇ। ਕਿਉਂਕਿ ਲਾਹਾ ਲੈਣ ਵਾਸਤੇ ਸਾਨੂੰ ਸੰਸਾਰ 'ਤੇ ਭੇਜਿਆ। ਗੁਰੂ ਕਿਰਪਾ ਕਰੇ, ਉਹਨਾਂ ਦੀ ਗੁਰਮੁਖਾਂ ਦੀ ਸੇਵਾ ਪ੍ਰਵਾਨ ਕਰਨ ਮਹਾਰਾਜ। ਆਪਣੇ ਦਰੋਂ ਘਰੋਂ ਮਨੋਕਾਮਨਾ ਸ਼ਰਧਾ ਅਤੇ ਭਾਵਨਾ ਪੂਰੀ ਕਰਨ। ਆਓ ਹੁਣ ਆਪਾਂ ਇੱਥੇ ਸ਼ਲੋਕ ਪੜ੍ਹ ਕੇ ਸਮਾਪਤੀ ਕਰੀਏ, ਕਿਉਂਕਿ ਸਮੇਂ ਅਨੁਸਾਰ ਆਪਾਂ ਆਰਾਮ ਵੀ ਕਰਨਾ ਹੁੰਦਾ। ਸਵੇਰੇ ਫਿਰ ਅੰਮ੍ਰਿਤ ਵੇਲੇ ਉੱਠਿਆ ਕਰੋ ਭਾਈ, ਦੋਏ ਸਥਾਨਾਂ 'ਤੇ ਹਾਜ਼ਰੀਆਂ ਭਰਿਆ ਕਰੋ, ਕਿਉਂਕਿ ਦੋਏ ਸਥਾਨ ਮਹਾਂਪੁਰਸ਼ਾਂ ਵੱਲੋਂ, ਰੱਬ ਦੇ ਪਿਆਰਿਆਂ ਵੱਲੋਂ ਸਿਰਜੇ ਹੋਏ ਨੇ। ਸਤਿਗੁਰਾਂ ਦੇ ਚਰਨ ਪਏ ਹੋਏ ਨੇ, ਪਵਿੱਤਰਤਾ ਰੱਖਦੇ ਨੇ। ਇੱਥੇ ਮਹਾਂਪੁਰਖਾਂ ਨੇ ਬੰਦਗੀ ਕੀਤੀ ਹੈ, ਉਧਰ ਵੀ ਸਤਿਗੁਰਾਂ ਦੇ ਚਰਨ ਪਏ ਹੋਏ ਨੇ। ਕਿਉਂਕਿ ਦੋਏ ਸਥਾਨਾਂ ਨੂੰ ਬਰਾਬਰਤਾ, ਦੋਏ ਸਥਾਨਾਂ 'ਤੇ ਪਹਿਲਾਂ ਆਪਣਾ ਹਾਜ਼ਰੀਆਂ ਲਵਾਓ, ਕਿਉਂਕਿ ਸਤਿਗੁਰੂ ਦੀ ਬੜੀ ਕਿਰਪਾ ਹੋਈ ਹੈ। 4 ਸਤਿਗੁਰਾਂ ਦੇ ਚਰਨ ਪਏ ਹੋਏ ਨੇ। ਐਡੀ ਪਵਿੱਤਰ ਧਰਤੀ ਕਿੱਥੇ ਮਿਲੇਗੀ ਸਾਨੂੰ। ਇੱਥੇ ਮਹਾਂਪੁਰਖਾਂ ਨੇ ਤਪ, ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਆਨੰਦ ਸਿੰਘ ਜੀ, ਧੰਨ ਧੰਨ ਬਾਬਾ ਜੱਸਾ ਸਿੰਘ ਜੀ, ਧੰਨ ਧੰਨ ਨਗਨ ਬਾਬਾ ਸਾਹਿਬਦਾਸ ਜੀ ਮਹਾਰਾਜ, ਜਿਨ੍ਹਾਂ ਮਹਾਂਪੁਰਖਾਂ ਨੇ ਇੱਥੇ ਬੜੇ ਕੌਤਕ, ਬੜੇ ਚੋਜ ਆ ਪਿੱਪਲ ਥੱਲੇ ਹੀ ਚੌਂਕੜੇ ਲਾ ਕੇ ਰੱਖਣੇ, ਭਗਤੀਆਂ ਕਰਨੀਆਂ। ਫਿਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਚਰਨ ਪੈ ਜਾਣੇ। ਇੱਦੋਂ ਪਵਿੱਤਰਤਾ ਕੀ ਹੈ। ਸਾਡਾ ਵੀ ਜੀਵਨ ਪਵਿੱਤਰਤਾ ਵੱਲ ਚਲਿਆ ਜਾਣਾ। ਲਾਹਾ ਲਿਆ ਕਰੋ, ਹਾਜ਼ਰੀ ਭਰਿਆ ਕਰੋ। ਸਭ ਦੇ ਜੀਵਨ ਸਤਿਗੁਰੂ ਸਫਲ ਕਰਨਗੇ। ਬਾਣੀ ਸੁਣ ਕੇ, ਬਾਣੀ ਪੜ੍ਹ ਕੇ ਆਪਣਾ ਲੋਕ ਅਤੇ ਪਰਲੋਕ ਸਵਾਰੋ ਜੀ। ਆਓ ਭੁੱਲਾਂ ਚੁੱਕਾਂ ਦੀ ਖਿਮਾ ਸਾਰੇ ਹੁਣ ਸ਼ਲੋਕ ਪੜ੍ਹ ਕੇ ਸਮਾਪਤੀ ਕਰੀਏ ਜੀ। ਸ਼ਲੋਕ ਪਾਵਨ ਗੁਰੂ ਬਾਣੀ ਪਿਤਾ ਮਾਤਾ ਦਰਦ ਮੰਗਾਤ, ਦਾਈ ਦਾਇਆ ਖਿਲੇ ਸਗਲ ਜਗਤ, ਨਿਗਿਆਈਆਂ ਬਰਿਆਈਆਂ ਕਰਮੀ ਆਪੋ ਆਪਣੀ, ਨੇੜੇ ਕੇ ਦੂਰ ਜਿਨੀ ਨਾਮ ਤੇ ਏਮ ਸਾਖਤ ਕਾਲ, ਨਾਨਕ ਦੇਵ ਕੀ ਉਜਲੀ ਕੀਤੀ ਛੁੱਟੀ ਨਾਲ, ਦੇਵ ਕੀ ਉਜਲੀ ਕੀਤੀ ਛੁੱਟੀ ਨਾਲ। ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ।